ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪਰਨਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੋਂ ਨਾਹੀ ਵਿਸਰਿਆ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਨਾਨਕ ਜੰਤ ਉਪਾਏ ਕੈ, ਸੰਭਾਲੇ ਸਭਨਾ। ਜਿਨ ਕਰਤੈ ਕਰਣਾ ਕੀਆ, ਚਿੰਤਾ ਭੇ ਕਰਨੀ ਤਾਹਾ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ। ਤਿਸ ਜੋਹਾਰੀ ਸਵਸਤ ਤਿਸ, ਤਿਸ ਦੀਵਾਨ ਅਭਗ। ਨਾਨਕ ਸੱਚੇ ਨਾਮ ਬਿਨ, ਕਿਆ ਟਿਕਾ ਕਿਆ ਤਗ। ਤਿਸ ਜੋਹਾਰੀ ਸਵਸਤ ਤਿਸ, ਤਿਸ ਦੀਵਾਨ ਅਭਗ। ਨਾਨਕ ਸੱਚੇ ਨਾਮ ਬਿਨ, ਕਿਆ ਟਿਕਾ ਕਿਆ ਤਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਆਸਾ ਕੀ ਵਾਰ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਦੇ ਅਧੀਨ ਕੱਲ੍ਹ ਹਜ਼ੂਰ ਦੀ 8ਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਦਰਜ ਹੈ, ਅੰਕਿਤ ਹੈ, ਇਸ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਸੀ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਸਭ ਤੋਂ ਪਹਿਲਾਂ ਬਖਸ਼ਿਸ਼ ਭਰਿਆ ਬੋਲ ਇਹ ਕਿਹਾ, ਜੇ ਕਰਤੇ ਦੀ ਮਿੱਤ ਨੂੰ ਕੋਈ ਨਹੀਂ ਜਾਣ ਸਕਦਾ, ਕਰਤਾਰ ਦੀ ਅਮਿਤੋਜ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸੱਚ ਇਹ ਕਿ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਦੀ ਰਚੀ ਕੋਈ ਰਚਨਾ, ਇਹਦਾ ਅੰਦਾਜ਼ਾ ਵੀ ਉਹ ਲਾ ਸਕਦਾ ਜਿਹਨੇ ਪੈਦਾ ਕੀਤਾ। ਮਨੁੱਖ ਦੀ ਹਸਤੀ ਨਹੀਂ ਕਿ ਰੱਬ ਦੀ ਬਣਾਈ ਕੋਈ ਸ੍ਰਿਸ਼ਟੀ ਦਾ ਵੀ ਇਹ ਅੰਤ ਪਾ ਸਕੇ। ਇਹਦੇ ਵਿੱਚ ਹਜ਼ੂਰ ਨੇ ਪਰਮੇਸ਼ਵਰ ਦੀ ਰਚੀ ਕੋਈ ਰਚਨਾ ਵਿੱਚੋਂ ਇਨਸਾਨਾਂ ਦਾ ਜ਼ਿਕਰ ਕੀਤਾ, ਬਨਾਸਪਤੀ ਬ੍ਰਿਕਸ਼ਾਂ ਦਾ ਜ਼ਿਕਰ ਕੀਤਾ, ਤੀਰਥ ਅਸਥਾਨਾਂ ਦਾ, ਦਰਿਆਵਾਂ ਦੇ ਕਿਨਾਰਿਆਂ ਦਾ ਹਜ਼ੂਰ ਨੇ ਜ਼ਿਕਰ ਕੀਤਾ, ਅਸਮਾਨ ਵਿੱਚ ਉੱਡਦੇ ਹੋਏ ਬੱਦਲਾਂ ਦਾ, ਜ਼ਮੀਨ ਤੇ ਖੇਤਾਂ ਦਾ, ਟਾਪੂਆਂ ਦਾ, ਲੋਕਾਂ ਦਾ, ਮੰਡਲਾਂ ਦਾ, ਖੰਡਾਂ ਦਾ, ਵਰਭੰਡਾਂ ਦਾ। ਫਿਰ ਚਾਰ ਜਿਹੜੀਆਂ ਖਾਣੀਆਂ ਨੇ, ਅੰਡਜ, ਜੇਰਜ, ਸੇਤਜ ਤੇ ਉਤਪਜ, ਇਹਨਾਂ ਦਾ ਜ਼ਿਕਰ ਕੀਤਾ। ਇਹ ਸਭ ਕੁਝ ਗਿਣਾ ਕੇ ਕੱਲ੍ਹ ਸਿਰਫ ਮੈਂ ਇੱਕੋ ਹੀ ਬੇਨਤੀ ਆਪ ਦੇ ਸਮਕਸ਼ ਕੀਤੀ ਸੀ ਕਿ ਕਰਤੇ ਦਾ ਤੇ ਅੰਤ ਸਵਾਲ ਹੀ ਨਹੀਂ ਪੈਦਾ ਹੁੰਦਾ, ਪਰ ਜੋ ਕਰਤੇ ਨੇ ਕਿਰਤ ਕਰ ਦਿੱਤੀ, ਸੱਚ ਇਹ ਉਹਦੀ ਕਿਰਤ ਦਾ ਵੀ ਕੋਈ ਬੰਦਾ ਅੰਤ ਨਹੀਂ ਪਾ ਸਕਦਾ। ਜੇ ਬਾਹਰਮੁਖੀ ਅਸੀਂ ਦੇਖੀਏ ਤੇ ਕੱਲ੍ਹ ਅਰਜ਼ ਕੀਤੀ ਸੀ, ਕੁਦਰਤ ਨੂੰ ਦੇਖ ਕੇ ਕਰਤੇ ਦੀ ਯਾਦ ਆ ਜਾਏ, ਕੁਦਰਤ ਦੀ ਬੇਅੰਤਤਾ ਨੂੰ ਦੇਖ ਕੇ ਕਰਤੇ ਦੀ ਬੇਅੰਤਤਾ ਵਿੱਚ ਬੰਦਾ ਚਲਾ ਜਾਏ। ਚੇਤੇ ਰੱਖਿਓ, ਉਸ ਬੇਅੰਤਤਾ ਵਿੱਚ ਡੁੱਬ ਜਾਣਾ ਵੀ ਇੱਕ ਪਰਮਾਤਮਾ ਦਾ ਚਿੰਤਨ ਹੈ। ਥੋੜ੍ਹਾ ਜਿਹਾ ਇਹਨੂੰ ਬਰੀਕੀ ਨਾਲ ਮੇਰੀ ਅਰਜ਼ ਨੂੰ ਸੁਣਿਓ। ਲਫ਼ਜ਼ੀ ਹਜ਼ੂਰ ਦੇ ਬੋਲ ਨੇ, ਪੁਰਖਾਂ, ਬਿਰਖਾਂ, ਤੀਰਥਾਂ, ਤੱਟਾਂ, ਮੇਘਾਂ, ਖੇਤਾਂ। ਹਜ਼ੂਰ ਨੇ ਫਰਮਾਇਆ, ਦੀਪਾਂ, ਲੋਆਂ, ਖੰਡਲਾਂ, ਮੰਡਲਾਂ, ਖੰਡਾਂ, ਵਰਭੰਡਾਂ, ਅੰਡਜ, ਜੇਰਜ, ਉਤਪਜਾਂ, ਖਾਣੀ, ਸੇਤ ਜਹਾਂ, ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਇਹ ਸਭ ਕਾਸੇ ਨੂੰ ਉਹ ਕਰਤਾ ਜਾਣੇ, ਉਸ ਨੂੰ ਪਤਾ ਹੋਵੇ ਜਿਸ ਕਰਤੇ ਪੁਰਖ ਨੇ ਸਭ ਕੁਝ ਸਿਰਜਿਆ ਹੈ। ਮੈਂ ਸਿਰਫ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਇਸ ਤੋਂ ਅੱਗੇ ਨਿਕਲਾਂਗਾ। ਉਸ ਪਰਮਾਤਮਾ ਨੇ ਅਨੇਕਾਂ ਤਰ੍ਹਾਂ ਦੀ ਰਚਨਾ ਕੀਤੀ, ਤੇ ਯਾਦ ਰੱਖਿਓ ਇਸ ਦੋਨਾਂ ਸ਼ਲੋਕਾਂ ਦਾ ਤੇ ਪੌੜੀ ਦਾ ਸਬਜੈਕਟ ਜਿਹੜਾ ਉਹ ਅਖੀਰ ਤੇ ਸੱਚ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ ਕਿ ਉਸ ਕਰਤੇ ਪੁਰਖ ਨੇ ਬਨਾਸਪਤੀ, ਇਨਸਾਨ, ਪਸ਼ੂ, ਪੰਛੀ, ਜੋ ਕੁਝ ਵੀ ਰਚਿਆ ਹੈ, ਚਾਹੇ ਪਹਾੜ ਨੇ, ਚਾਹੇ ਸਮੁੰਦਰ ਹੈ। ਦੱਸੋ ਕੋਈ ਸ਼ਬਦ ਇਸ ਸ਼ਲੋਕ ਵਿੱਚ ਐਸਾ ਹੋਵੇ ਕਿ ਜਿਹੜਾ ਦ੍ਰਿਸ਼ਟਮਾਨ ਹੋਵੇ ਤੇ ਗੁਰੂ ਨੇ ਉਹਦਾ ਜ਼ਿਕਰ ਨਾ ਕੀਤਾ ਹੋਵੇ। ਜਦੋਂ ਮਹਾਰਾਜ ਪੁਰਖਾਂ ਦਾ ਜ਼ਿਕਰ ਕਰਦੇ ਨੇ ਤੇ ਸਮੁੱਚੀ ਸ੍ਰਿਸ਼ਟੀ ਦੇ ਇਨਸਾਨ ਇਹਦੇ ਵਿੱਚ ਆ ਜਾਂਦੇ ਨੇ। ਜਦੋਂ ਮਹਾਰਾਜ ਬਿਰਖਾਂ ਦਾ ਜ਼ਿਕਰ ਕਰਦੇ ਨੇ ਤੇ ਪੂਰੀ ਦੀ ਪੂਰੀ ਬਨਾਸਪਤੀ ਬਿਰਖਾਂ ਦੇ ਵਿੱਚ ਆ ਜਾਂਦੀ। ਜਦੋਂ ਸਤਿਗੁਰੂ ਤੀਰਥਾਂ ਦਾ ਜ਼ਿਕਰ ਕਰਦੇ ਨੇ ਤੇ ਜਿੰਨੇ ਸੰਸਾਰ ਦੇ ਧਰਮ ਅਸਥਾਨ ਨੇ ਉਹ ਸਾਰੇ ਇਹਦੇ ਵਿੱਚ ਆ ਜਾਂਦੇ ਨੇ। ਜਦੋਂ ਸਤਿਗੁਰੂ ਕਿਰਪਾ ਕਰਕੇ ਬੱਦਲਾਂ ਦਾ ਜ਼ਿਕਰ ਕਰਦੇ ਨੇ, ਖੇਤਾਂ ਦਾ ਜ਼ਿਕਰ ਕਰਦੇ ਨੇ, ਤੇ ਸਭ ਕੁਝ ਇਹਨਾਂ ਸ਼ਬਦਾਂ ਵਿੱਚ ਆ ਜਾਂਦਾ ਹੈ। ਸਤਿਗੁਰੂ ਟਾਪੂਆਂ ਦਾ, ਲੋਕਾਂ ਦਾ, ਸਪੇਸ ਦਾ ਜ਼ਿਕਰ ਕਰ ਰਹੇ ਨੇ, ਜਿਹਨੂੰ ਅਸੀਂ ਮਿਲਕੀ ਵੇ ਕਹਿੰਦੇ ਹਾਂ, ਆਕਾਸ਼ ਗੰਗਾ ਕਹਿੰਦੇ ਹਾਂ। ਸਤਿਗੁਰੂ ਕਹਿੰਦੇ ਨੇ ਇਹ ਵੀ ਤਾਂ ਰੱਬ ਦਾ ਸਿਰਜੀ ਕੋਈ ਸਾਰੀ ਕਹਾਣੀ ਹੈ। ਇਹ ਖੰਡ ਮੰਡਲ ਵਰਭੰਡ ਜਿਤਨੇ ਨੇ, ਅੰਡਜ, ਜੇਰਜ, ਉਤਪਜ ਤੇ ਸੇਤਜ, ਖਾਣੀ ਰਾਹੀਂ ਜਿੰਨੇ ਜੀਵਾਂ ਦੀ ਪੈਦਾਇਸ਼ ਹੋਈ ਹੈ, ਮੇਰਾ ਗੁਰੂ ਨਾਨਕ ਸਾਹਿਬ ਕਹਿ ਰਿਹਾ, ਉਹ ਸਿੱਖੋ ਥੋੜ੍ਹੀ ਜਿਹੀ ਵਿਸ਼ਾਲਤਾ ਨਾਲ ਦੇਖੋ। ਕਰਤੇ ਦੀ ਰਚੀ ਹੋਈ ਕੁਦਰਤ ਵਿੱਚੋਂ ਵੀ ਉਹਦੀ ਬੇਅੰਤਤਾ ਝਲਕਦੀ ਹੈ। ਸੱਚ ਇਹ ਕਿ ਬੰਦੇ ਦੇ ਸਰੀਰ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਕੀ ਕੁਝ ਰੱਬ ਨੇ ਇਹਦੇ ਵਿੱਚ ਪੈਦਾ ਕਰ ਦਿੱਤਾ ਹੈ। ਬ੍ਰਿਕਸ਼ਾਂ ਦਾ ਕੋਈ ਅੰਤ ਨਹੀਂ। ਮੁੱਕਦੀ ਗੱਲ ਕੀ ਸਾਹਿਬ ਨੇ ਕਿਹਾ, ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਇੱਥੇ ਸਿਰਫ ਇੱਕ ਉਦਾਹਰਨ ਦੱਸ ਦੇਣੀ ਚਾਹੇਗਾ। ਇਸ ਸ੍ਰਿਸ਼ਟੀ ਦੀ ਰਚਨਾ ਦਾ ਅੰਦਾਜ਼ਾ ਵੀ ਉਹਨੂੰ ਹੀ। ਤੇ ਕੱਲ੍ਹ ਮੈਂ ਸਮਾਪਤੀ ਇੱਥੇ ਕੀਤੀ ਸੀ ਕਿ ਤੁਮਰੀ ਗਤ ਮਿਤ ਤੁਮ ਹੀ ਜਾਣੀ, ਇਹ ਤੇਰੀ ਗਤ ਮੇ ਤੂੰ ਜਾਣ। ਪਰ ਇੱਕ ਹਜ਼ੂਰ ਦਾ ਬਚਨ ਜ਼ਰੂਰ ਸਾਂਝਾ ਕਰਨਾ।
ਕਿ ਉਹ ਪਰਮਾਤਮਾ ਬਹੁਤ ਵੱਡਾ ਚਿੱਤਰਕਾਰ ਹੈ। ਜਿੱਥੇ ਉਹਨੂੰ ਰਾਜ਼ਕ ਕਿਹਾ ਹੈ, ਜਿੱਥੇ ਉਹਨੂੰ ਪਤਿਤ ਪਾਵਨ ਕਿਹਾ ਹੈ, ਜਿੱਥੇ ਗੁਰਬਾਣੀ ਨੇ ਮੇਰੇ ਵਾਹਿਗੁਰੂ ਜੀ ਨੂੰ ਰਿਜ਼ਕ ਦਾਤਾ ਕਿਹਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਨੇ ਪਰਮਾਤਮਾ ਨੂੰ ਬਹੁਤ ਵੱਡਾ ਇੱਕ ਚਿੱਤਰਕਾਰ ਕਿਹਾ। ਉਹਦੇ ਵਰਗਾ ਚਿੱਤਰਕਾਰ ਕੋਈ ਨਹੀਂ। ਸੱਚ ਇਹ ਵੇ ਸੰਸਾਰ ਦਾ ਚਿੱਤਰਕਾਰ ਕੋਈ ਵੀ ਤਸਵੀਰ ਰਚਦਾ ਹੈ ਤੇ ਉਹਦੀ ਤਸਵੀਰ, ਉਹਦੇ ਚਿੱਤਰ ਨੂੰ ਆਪਾਂ ਦੇਖਦੇ ਹਾਂ, ਉਹਦਾ ਚਿੱਤਰ ਬੋਲਦਾ ਨਹੀਂ, ਰੰਗ ਭਰ ਦਿੰਦਾ ਹੈ। ਤੇ ਕਈ ਵਾਰੀ ਤਸਵੀਰ ਦੇਖ ਕੇ ਅਸੀਂ ਕਹਿੰਦੇ ਹਾਂ ਇਹ ਤੇ ਇੰਜ ਲੱਗਦਾ ਜਿਵੇਂ ਹੁਣ ਇਸ ਤਸਵੀਰ ਨੇ ਬੋਲ ਪੈਣਾ, ਪਰ ਚੇਤੇ ਰੱਖਿਓ ਬੋਲਦੀ ਤਾਂ ਨਹੀਂ ਨਾ, ਸਿਰਫ ਇੱਕ ਭੁਲੇਖਾ ਪਾਉਂਦੀ ਬੋਲਣ ਦਾ। ਦੁਨੀਆ ਦਾ ਚਿੱਤਰਕਾਰ ਕੁਝ ਵੀ ਰਚਦਾ ਹੈ, ਉਹ ਚੇਤਨਾ ਤੋਂ ਹੀਣ ਰਚਨਾ ਕਰ ਰਿਹਾ। ਫਿਰ ਗੱਲ ਥੋੜੀ ਜੀ ਬਰੀਕੀ ਨਾਲ ਸੁਣਿਓ ਮੇਰੀ। ਚੇਤਨਾ ਤੋਂ ਹੀਣ, ਇਹਦਾ ਮਤਲਬ ਮੰਨ ਲਓ ਇੱਕ ਬੰਦੇ ਨੇ ਸਟੈਚੂ ਬੁੱਤ ਬਣਾ ਦਿੱਤਾ। ਆ ਬੁੱਤ ਖਲੋਤੇ ਨੇ ਸਾਡੇ ਸ਼ਹਿਰ ਦੇ ਚੁਰਸਤਿਆਂ ਵਿੱਚ, ਵੱਖ-ਵੱਖ ਮੁਲਕਾਂ ਜਾਈਦਾ, ਕਈ ਤਰ੍ਹਾਂ ਦੇ ਬੁੱਤ ਨੇ, ਪਰ ਸਟੈਚੂ ਜਦੋਂ ਬੁੱਤ ਬਣਾ ਦਿੱਤਾ, ਇਹ ਜ਼ਰੂਰ ਕਹਿ ਦਿਆਂਗੇ ਫਲਾਣੇ ਬੰਦੇ ਦਾ ਬੁੱਤ ਹੈ। ਪਰ ਕੱਲ ਵੀ ਮੈਂ ਅਰਜ਼ ਕੀਤੀ, ਬੰਦਾ ਨਕਲ ਮਾਰ ਕੇ ਰੱਬ ਦੇ ਬਣੇ ਕੋਈ ਬੰਦੇ ਦੀ ਮੂਰਤੀ ਬਣਾ ਸਕਦਾ ਹੈ, ਪਰ ਉਸ ਮੂਰਤੀ ਵਿੱਚ ਚੇਤਨਾ ਨਹੀਂ ਪਾ ਸਕਦਾ ਜੋ ਪਰਮਾਤਮਾ ਨੇ ਚੇਤਨਾ ਪਾਈ ਹੈ। ਉਹ ਚੇਤਨਾ ਦਾ ਦਾਤਾ ਆਪ ਹੈ, ਉਹਨੇ ਆਪ ਵਿੱਚ ਆਪਣਾ ਆਪ ਟਿਕਾਇਆ। ਫਿਰ ਦੇਖੋ ਜਦੋਂ ਅਸੀਂ ਤਸਵੀਰ ਕੋਈ ਦੇਖਦੇ ਹਾਂ ਤੇ ਸਾਡੇ ਮਨ 'ਚ ਖਿਆਲ ਉਪਜਦਾ ਹੈ ਕਿ ਇਹ ਤਸਵੀਰ ਬਣਾਉਣ ਵਾਲਾ ਕੌਣ ਹੈ। ਅਸੀਂ ਯਤਨ ਕਰਨੇ ਆ ਲੱਭੀਏ ਇਹ ਮੂਰਤ ਕਿਸ ਨੇ ਬਣਾਈ, ਇਹ ਚਿੱਤਰਕਾਰ ਕੌਣ ਸੀ, ਸਾਨੂੰ ਐਡਰੈਸ, ਸਾਨੂੰ ਕੋਈ ਪਤਾ ਦਿਓ ਕਿ ਅਸੀਂ ਉਸ ਚਿੱਤਰਕਾਰ ਦਾ ਪਤਾ ਕਰਕੇ ਉਹਨੂੰ ਲੱਭ ਸਕੀਏ। ਬਾਬਾ ਜੀ ਬਚਨ ਕਰਦੇ ਨੇ ਕਿ ਆਹ ਨਿਰਜਿੰਦ ਤਸਵੀਰਾਂ ਕੋਈ ਬਣਾ ਰਿਹਾ ਜਿਹਦੇ ਵਿੱਚ ਚੇਤਨਾ ਨਹੀਂ, ਤੇ ਤੂੰ ਲੱਭਣਾ ਫਿਰਨਾ ਚਿੱਤਰਕਾਰ ਲੱਭ ਜਾਏ, ਮੈਂ ਉਹਦੇ ਨਾਲ ਗੱਲਬਾਤ ਕਰਾਂ। ਸਤਿਗੁਰੂ ਕਹਿੰਦੇ ਨੇ ਕਿ ਦੀਵਾਰ ਤੇ ਟੰਗੀ ਕੋਈ ਤਸਵੀਰ ਨੂੰ ਦੇਖ ਕੇ ਤਸਵੀਰ ਬਣਾਉਣ ਵਾਲੇ ਨੂੰ ਲੱਭਣ ਤੁਰ ਪੈਣਾ। ਤੂੰ ਸੁਬਾਹ ਤੱਕ ਤੋਂ ਲੈ ਕੇ ਸ਼ਾਮ ਤੱਕ ਸ਼ਹਿਰ ਵਿੱਚ ਵਿਚਰਨਾ, ਬਾਹਰ ਵਿਚਰਨਾ। ਆ ਜੋ ਕੁਝ ਰੱਬ ਨੇ ਬਣਾਇਆ ਇਦੋਂ ਵੱਡਾ ਕੋਈ ਚਿੱਤਰਕਾਰ ਨਹੀਂ। ਨਿੱਕੇ ਨਿੱਕੇ ਉਹ ਕੀੜੇ ਜਿਹੜੇ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ, ਰੱਬ ਨੇ ਉਹਨਾਂ ਵਿੱਚ ਵੀ ਚੇਤਨ ਸੱਤਿਆ ਪਾਈ ਹੋਈ। ਮੈਨੂੰ ਦੱਸੋ ਇੱਡਾ ਵੱਡਾ ਕੋਈ ਚਿੱਤਰਕਾਰ ਹੈ? ਕਹਿੰਦੇ ਨੇ ਬਸ ਜੇ ਤੈਨੂੰ ਇਹ ਸ਼ੌਂਕ ਹੈ ਕਿ ਮੈਂ ਤਸਵੀਰ ਬਣਾਉਣ ਵਾਲੇ ਨੂੰ ਲੱਭਣਾ, ਤੇ ਇਸ ਕੁਦਰਤ ਨੂੰ ਦੇਖ ਕੇ ਆਪਣੇ ਅੰਦਰ ਖਿਆਲ ਪੈਦਾ ਕਰ ਜਿਸ ਨੇ ਕੁਦਰਤ ਰਚੀ, ਮੈਂ ਕਾਦਰ ਨੂੰ ਜ਼ਰੂਰ ਲੱਭਣਾ ਹੈ। ਪਰ ਯਾਦ ਰੱਖ ਕਾਦਰ ਕੁਦਰਤ ਤੋਂ ਦੂਰ ਨਹੀਂ। ਬਸ ਇਹ ਥੋੜੀ ਜਿਹੀ ਇਸ ਗੱਲ ਨੂੰ ਸਮਝਣਾ ਮੇਰੀ ਬੇਨਤੀ ਨੂੰ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਜੀ, ਚੱਚਾ ਰਚਤ ਚਿੱਤਰ ਹੈ ਭਾਰੀ, ਰੱਬ ਵਰਗਾ ਚਿੱਤਰਕਾਰ ਕਿਹੜਾ। ਕਮਾਲ ਕਰ ਦਿੱਤੀ ਉਹਨੇ, ਬਿਨਾਂ ਖੰਭਾਂ, ਬਿਨਾਂ ਥੰਮਾਂ ਤੋਂ, ਬਿਨਾਂ ਰੱਸੀਆਂ ਪਾਇਆਂ ਤੋਂ ਆ ਅਸਮਾਨ ਚੰਦੋਵੇ ਦੀ ਤਰ੍ਹਾਂ ਤਾਣ ਦਿੱਤਾ ਹੈ। ਬਾਣੀ 'ਚ ਸਾਰੇ ਬਚਨ ਹੁੰਦੇ। ਆ ਦੇਖੋ ਥੋੜਾ ਜਿਹਾ ਕੱਪੜਾ ਘਰ 'ਚ ਤਾਣਾ ਹੋਵੇ, ਅਸੀਂ ਕਹਿੰਦੇ ਹਾਂ ਮੇਖਾਂ ਲਾਓ, ਰੱਸੀਆਂ ਬੰਨੋ। ਪਿਆਰਿਓ ਆਪਣੇ ਉੱਤੇ ਝਾਤੀ ਮਾਰ ਕੇ ਦੇਖੋ, ਸਾਇੰਸ ਕਹਿ ਰਹੀ ਹੈ ਸਾਡੇ ਤੋਂ ਉੱਤੇ ਬਹੁਤ ਕੁਛ ਹੈ, ਸਾਡੇ ਚਾਰ ਚੁਫੇਰੇ ਇਸ ਧਰਤੀ ਦੇ ਬਹੁਤ ਕੁਛ ਹੈ। ਉਸ ਪਰਮਾਤਮਾ ਦਾ ਸ਼ੁਕਰ ਕਰ ਓਏ, ਉਹਦੇ ਵਰਗਾ ਕਿਹੜਾ ਸ਼ਕਤੀਸ਼ਾਲੀ ਹੈ ਜਿਹਨੇ ਇੰਨੀਆਂ ਵੱਡੀਆਂ ਚੇਤਨਤਾ ਵਾਲੀਆਂ ਚੀਜ਼ਾਂ ਪੈਦਾ ਕੀਤੀਆਂ ਤੇ ਅਸਮਾਨ ਨੂੰ ਵੀ ਇਸ ਤਰ੍ਹਾਂ ਟਿਕਾ ਕੇ ਰੱਖ ਦਿੱਤਾ ਜਿਵੇਂ ਕਿੱਲ ਤੋਂ ਬਿਨਾਂ ਚੰਦੋਵਾ ਤਾਣਿਆ ਜਾਏ, ਜਿਵੇਂ ਥੰਮਾਂ ਤੋਂ ਬਿਨਾਂ ਕੋਈ ਮਕਾਨ ਦੀ ਛੱਤ ਨੂੰ ਰੋਕ ਸਕੇ। ਜਿਸ ਚੰਦੋਵੇ ਥੱਲੇ ਤੂੰ ਰਹਿਣਾ ਪਿਆ, ਇਹ ਰੱਸੀਆਂ ਨਾਲ ਤੇ ਥੰਬਾਂ ਨਾਲ ਨਹੀਂ ਬਣਿਆ, ਇਹ ਤਾਂ ਉਸ ਰੱਬ ਚਿੱਤਰਕਾਰ ਦੀ ਇੱਕ ਅਦਭੁਤ ਖੇਡ ਹੈ। ਮਹਾਰਾਜ ਕਹਿੰਦੇ ਨੇ ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਕੱਲਾ ਤਸਵੀਰ ਤੱਕ ਸੀਮਤ ਨਾ ਰਹੋ, ਤੂੰ ਤਸਵੀਰ ਬਣਾਉਣ ਵਾਲੇ ਵੱਲ ਦੇਖ। ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਐ ਅਵਚੇਰਾ, ਤਜ ਚਿੱਤਰੈ ਚਿੱਤ ਰਾਖ ਚਤੇਰਾ। ਉਸ ਚਿੱਤਰ ਬਣਾਉਣ ਵਾਲੇ ਨੂੰ ਚੇਤੇ ਕਰ। ਇਸ ਤੋਂ ਅਗਲੀ ਬੇਨਤੀ ਕਰਾਂ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਤੱਕ ਬਚਨ ਕਿਹਾ, ਕਹਿੰਦੇ ਨੇ ਬਾਕੀ ਮੂਰਤਾਂ ਦੀ ਗੱਲ ਛੱਡ, ਤੂੰ ਆਪਣੀ ਤਸਵੀਰ ਵਾਲੀ ਝਾਤੀ ਮਾਰ ਕੇ ਦੇਖ, ਤੇਰੀ ਬਣੀ ਕੋਈ ਤਸਵੀਰ ਜੋ ਰੱਬ ਨੇ ਬਣਾਈ ਏ, ਦੁਨੀਆ ਦੀ ਕੋਈ ਸਾਇੰਸ ਉਸ ਤਸਵੀਰ ਨੂੰ ਦੁਬਾਰਾ ਨਹੀਂ ਬਣਾ ਸਕੇ। ਇਹ ਪਰਮਾਤਮਾ ਦੀ ਅਦਭੁਤ ਲੀਲਾ ਹੈ। ਭਾਈ ਸਾਹਿਬ ਦੇ ਬਚਨ ਨੇ ਕਿ ਰਕਤ ਬਿੰਦ ਕਰ ਨਿਮਿਆ, ਚਿੱਤਰ ਬਚਿੱਤਰ ਚਲਿੱਤਰ ਬਣਾਇਆ।
महाराज भाई साहब कहते हैं कि उस परमात्मा ने अनोखा चित्र बना दिता। फिर मैं बेनती करांगा, कल जिहड़ी अर्ज कीती सी कि कदी आपां दाते दी रची कोई रचना विचों उस रचनहार दी झलक पाईए। मैं फिर बेनती करांगा, इस गल नूं सुणिओ, ये ना कह देना भी यह पुरखां बिरखां तीर्थां महाराज जी ने कह दिता। नहीं, गुरु ग्रंथ साहिब नूं पुछो। तो गुरु रामदास जी कहते ने कि जदों सवेरे चिड़ियाँ चहकदियां ने, बेनती है कहते ने वो चिड़ियाँ दे चहकन की जिहड़ी आवाज़ है, लोग कहते ने कमाल दी चिड़ी दी आवाज़ कितना सोहना चहकदी है। पर गुरु रामदास कहते ध्यान नाल सुन, ये चहकन की आवाज़ विचों भी वाहिगुरू की आवाज़ पई आउंदी है। कौन है जिहड़ा बोल रहा है? महाराज कहते ने जंगल दे विच जानवर इनू हासे च ना जाओ, घोड़ा खिनकदा है, हाथी चिंगाड़दा है, मिर्ग बोलते ने। महाराज कहते बंदे ने ना रख दिते कि कुत्ता भौंकदा है। सतगुरु कहते ने सच एवे, जदों मेरे कन्नां च आवाज़ पैंदी है तो मेरा अंदर कहंदा दाता ਇਹਦੇ ਵਿੱਚ ਵੀ ਤਾਂ ਤੂੰ ਹੀ ਬੋਲਣਾ ਪਿਆ, ਇਹਨਾਂ ਸਾਰੀਆਂ ਆਵਾਜ਼ਾਂ ਵਿੱਚ ਤੇਰੀ ਆਵਾਜ਼ ਹੈ। ਇਹਨੂੰ ਥੋੜਾ ਜਿਹਾ ਬੰਦਾ ਧਿਆਨ ਨਾਲ ਕਿਤੇ ਸਮਝ ਜਾਏ, ਮੇਰਾ ਖਿਆਲ ਦਵੈਸ਼ ਖਤਮ ਹੋ ਜਾਏਗੀ। ਕਿਉਂਕਿ ਹਰ ਚੀਜ਼ ਕਿਹੜੀ ਥਾਂ ਹੈ ਜਿੱਥੇ ਉਹ ਨਹੀਂ। ਅੱਜ ਮੇਰੇ ਮਨ 'ਚ ਖਿਆਲ ਆਇਆ, ਦਰਬਾਰ ਸਾਹਿਬ ਤੋਂ ਆਉਂਦਿਆਂ ਅਸੀਂ ਅੰਧਕਾਰ ਦੀ ਗੱਲ ਕਰਨੇ ਕਿ ਸੱਜਣ ਨੇ ਕਿਹਾ ਜੀ ਨਮੋ ਅੰਧਕਾਰੇ ਦੇ ਅਰਥ ਕੀ ਬਣਨਗੇ। ਜਾਪ ਸਾਹਿਬ 'ਚ ਆਉਂਦਾ नहीं, हनेरे की एक अपनी बड़ी वड्डी थां है। ध्यान नाल सुनियो, हनेरा अज्ञानता का प्रतीक है, कोई शक नहीं। हनेरा मूढ़ता का प्रतीक है, कोई शक नहीं। पर रब की रची कोई रचना विच अज्ञानता ते हनेरे की भी कोई कीमत है। मैं बेनती करांगा, असी जिन्ने सौने आ दिने सौन का यतन करो, कहने पर्दे तान दिओ। क्यों? क्योंकि चानण विच मैनूं नींद नहीं आ सकती। पर्दे ताने अजकल तो जहाज भी सफ़र करो तो अखां ढकण वास्ते समान दिता जाता है भी तेरियां अखां ते चानन ना पवे। जहाज उड़दा भावें बाहर धुप होवे, वो सारे पर्दे जिहड़े ने खिड़कियां थल्ले वो छटा के बिल्कुल घुप हनेरा करा दिंदे ने। क्योंकि अंधकार भी रब की एक दात है। जे हनेरा ना हुंदा तो बंदा सुख की नींद भी कदी ना सौ सकता। हनेरा बंदे नूं कोई मदद करदा है। थोड़ा जिहा समझिए इस गल नूं। जो परमात्मा ने रचे है, बस असी तुसी माड़ा चंगा कही जाने आ। जो कुछ उन्हें रचिया उहदी रची हुई हर रचना विच उहदी कोई याद टिकी हुई। अंधकार विच भी ओह है। मैं फिर बेनती करांगा, चानन विच सौ के देखो ते हनेरे भी सौ के देखो। जो अंदर दा सकून अंधकार भी सौ के आउंदा है, मैनूं बख्श दिया जे वो अंदर दा टिका चानन विच नहीं आ सकदा। चानन अपनी थां रखदा है, हनेरा अपनी रखदा है। फिर सतगुरु दे अमृत बोल महाराज कहते ने कि पंछी बोलते ने दाता तो रचना तेरी रची है, पर इन्हां विच तेरे बोल ने। मिर्ग बोलदा है, घोड़े किनकदे ने, हाथी चिंगाड़दे ने, कुत्ते भौंकदे ने, इन्हां विचों भी तां तेरी आवाज़ है। इत्थों तक कि असी मच्छियां पानी विच तरदियां देखने, पर मच्छियां दी आवाज़ तां कदी नहीं सुनी ना। ये गल वखरी भी साइंसदान कढ़ी जान गलबात, पर असी कदी नहीं सुनी। पर गुरु रामदास कहते ध्यान नाल देख, पानी विच तरदियां होइयां मच्छियां दी आवाज़ विच भी मेरे करते दी आवाज़ है। ये सारे बचन असी पढ़ने जो बोलत हैं मृग मीन पंखेरू। इत्थे तीन लफ्ज़ वरते ने मारे ने, एक मृग, दूजा मीन ते तीसरा पंखेरू। ये क्यों तीन लफ्ज़ वरते? ये विच भी गहराई जे। ਇਹਦੇ ਵਿੱਚ ਜਲਚਰ, ਨਭਚਰ, ਜਿਹੜੇ ਪਾਣੀ 'ਚ ਰਹਿਣ ਵਾਲੇ ਨੂੰ ਉਹਨਾਂ ਦੀ ਇੱਕੋ ਨਸਲ ਗਿਣ ਲਈ ਮੀਨ ਮੱਛੀ। ਤੇ ਪਾਣੀ ਤਾਂ ਹੋਰ ਵੀ ਬਹੁਤ ਕੁਛ, ਕੱਲੀ ਮੱਛੀ ਨਹੀਂ। ਸਿਰਫ ਇੱਕ ਜੀਵ ਲੈ ਲਿਆ, ਇਹਦਾ ਅਰਥ ਕਰਾਂਗੇ ਜਿਹੜੇ ਪਾਣੀ ਵਿੱਚ ਰਹਿੰਦੇ ਨੇ। ਪੰਖੇਰੂ ਜਿਹੜੇ ਅਸਮਾਨ ਵਿੱਚ ਉੱਡਦੇ ਨੇ। ਤੇ ਪਿਆਰਿਓ ਮਿਰਗ ਇਹ ਪ੍ਰਤੀਕ ਹੋ ਜਾਏਗਾ ਜਿਹੜੇ ਚਾਰ ਪਾਏ ਜਾਨਵਰ ਨੇ। सतगुरु कहते ने जिहड़े जंगलों च रहिंदे ने, जिहड़े आसमान च उड़दे ने, जिहड़े पानी विच जीव रहिंदे ने, सारियां नूं ध्यान नाल देख। गुरु रामदास कहते ने ये तां मेरे रब तो बिना दूजी गल ही नहीं करदे पे। जो बोलत है मृगमीन पंखेरू, सो बिन हर जापत है नहीं, होर वो नाम तो बिना कुछ नहीं कह रहे।
मैं बेनती की सी, हजूर ने बचन किया कि सो मित जाने नानका सरा मेरा जनता। ਉਹ ਅੰਦਾਜ਼ਾ ਲਾਏ, ਉਹਨੂੰ ਪਤਾ ਹੈ ਜਿਹਨੇ ਕੁਝ ਰਚਿਆ, ਕੋਈ ਚੀਜ਼ ਉਹਦੇ ਤੋਂ ਬਿੜਾ ਨਹੀਂ। ਹੁਣ ਅਗਲਾ ਸਵਾਲ ਉੱਠਿਆ, ਦੇਖੋ ਆ ਰੁੱਖ ਹੈ, ਉਦਮ ਤਾਂ ਨਹੀਂ ਕਰਦਾ ਪਰ ਖੁਰਾਕ ਤਾਂ ਇਹਦੀ ਵੀ ਹੈ ਨਾ। ਥੋੜਾ ਜਿਹਾ ਨੂੰ ਲੜੀ ਬਣਾ ਕੇ ਚੱਲੋਗੇ ਬੜਾ ਆਨੰਦ ਆਏਗਾ। ਮਹਾਰਾਜ ਕਹਿੰਦੇ ਨੇ ਆ ਪੱਥਰ ਹੈ, ਬਾਹਰੋਂ ਬੰਦ ਦਿਸਦਾ ਪਿਆ, ਅੰਦਰ ਤਾਂ ਇਹਦੇ ਵੀ ਜੀਵ ਪੈਦਾ ਕੀਤਾ ਹੋਇਆ। ਬੇਨਤੀ ਕਰਾਂਗਾ, ਪਸ਼ੂ ਨੇ, ਪੰਛੀ ਨੇ, ਉਹ ਨਿੱਕੇ ਨਿੱਕੇ ਕੀਟਾਣੂ ਸਾਡੀ ਬਾਡੀ 'ਚ ਜਿਹੜੇ ਸੱਚ ਐਵੇਂ ਨਜ਼ਰ ਨਹੀਂ ਆਉਂਦੇ, ਇੱਥੋਂ ਤੱਕ ਸਾਡੇ ਮੇਰੇ ਤੁਹਾਡੇ ਚਾਰ ਚਵੇਰੇ ਹੱਥਾਂ ਵਿੱਚ ਆ ਚਾਰ ਚਵੇਰੇ ਕੀਟਾਣੂ ਨੇ, ਉਹ ਦਿਸਦੇ ਨਹੀਂ ਪਏ, ਪਰ ਰੱਬ ਜੀ ਨੇ ਤਾਂ ਰੋਜ਼ੀ ਉਹਨਾਂ ਦੀ ਵੀ ਬਣਾਈ ਹੋਈ। ਉਹ ਸੂਖਸ਼ਮ ਵੀ ਖਾ ਰਹੇ ਨੇ, ਉਹ ਅਸਥੂਲ ਵੀ ਖਾ ਰਹੇ ਨੇ। ਕਿਹੜਾ ਵੱਡਾ ਧਰਵਾਸ ਦਿੱਤਾ ਇਸ ਅਗਲੇ ਬਚਨ 'ਚ। ਸਾਹਿਬ ਨੇ ਬਚਨ ਕੀਤਾ ਕਿ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ। ਨਾਨਕ ਦਾ ਅਰਥ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ। ਜੰਤ ਉਪਾਏ ਕੈ, ਜਿੰਨੇ ਵੀ ਉਹਨੇ ਚੇਤਨਧਾਰੀ ਜੀਵ ਪੈਦਾ ਕੀਤੇ, ਜੜ ਸਨ ਪਰ ਜੜ ਵਿੱਚ ਵੀ ਚੇਤਨ ਹੈ। ਚਲੋ ਅਸੀਂ ਦੋ ਲਫ਼ਜ਼ ਵਰਤੇ ਆ ਨਾ, ਇਹ ਜੜ ਤੇ ਚੇਤਨ। ਚੇਤਨ ਦੇ ਅਰਥ ਕਰਨੇ ਆ ਜਿਹੜਾ ਚੱਲ ਫਿਰ ਸਕਦਾ ਹੈ, ਤੇ ਜੜ ਦਾ ਅਰਥ ਕਰਨੇ ਜਿਹੜਾ ਇੱਕ ਥਾਂ ਖਲੋਤਾ ਹੈ। ਮੇਰੇ ਮਨ 'ਚ ਹੈ ਜੜ ਵਿੱਚ ਵੀ ਤਾਂ ਚੇਤਨ ਹੈ। ਜੇ ਜੜ ਵਿੱਚ ਚੇਤਨਾ ਨਾ ਹੁੰਦੀ ਤੇ ਇੱਕ ਥਾਂ ਤੇ ਖਲੋਤਾ ਰੁੱਖ ਇੰਨਾ ਉੱਚਾ ਕਿਵੇਂ ਉੱਠ ਜਾਂਦਾ? ਉਹਦੇ ਵਿੱਚ ਵੀ ਰੱਬ ਨੇ ਇੱਕ ਚੇਤਨਾ ਟਿਕਾਈ। ਹਜ਼ੂਰ ਕਹਿੰਦੇ ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ, ਤੇ ਮੈਂ ਅਰਥ ਕਰਾਂਗਾ ਜਿਹੜੇ ਅਸੀਂ ਉੱਤੇ ਗਿਣੇ ਨੇ, ਉਹ ਪੁਰਖ ਨੇ, ਬਿਰਖ ਨੇ, ਭਾਵੇਂ ਕਿਹੜੇ ਵੀ ਖਾਣੀ 'ਚੋਂ ਪੈਦਾ ਹੋਏ ਨੇ, ਜੂਆਂ ਨੇ, ਖਟਮਿਲ ਨੇ, ਸੱਪ ਨੇ, ਠੂਵੇਂ ਨੇ, ਜੋ ਕੁਝ ਵੀ ਰੱਬ ਨੇ ਪੈਦਾ ਕੀਤਾ, ਮਹਾਰਾਜ ਕਹਿੰਦੇ ਨਾਨਕ ਜੰਤ ਉਪਾਏ ਕੈ, ਸਾਰਿਆਂ ਜਨਤਾਂ ਨੂੰ ਪੈਦਾ ਕਰਕੇ ਸੰਭਾਲੇ ਸੰਭਾਲੇ। ਫਿਰ ਮੈਂ ਉਚਾਰਨ ਕਰ ਦੇਣਾ, ਮੰਮੇ ਨੂੰ ਭਾਰ ਦੇ ਕੇ ਖਾਹਾ ਲਾ ਕੇ ਸੰਭਾਲੇ, ਉਹ ਸੰਭਾਲਦਾ ਹੈ। ਸਭਨਾ ਸਭਨਾ ਪਾਠ ਨਹੀਂ ਕਰਨਾ। ਇੱਥੇ ਹਜ਼ੂਰ ਨੇ ਕਿਰਪਾ ਕੀਤੀ, ਨੰਨਾ ਨੂੰ ਕੰਨਾ ਤੇ ਨਾਲ ਖਾਹਾ, ਉਹ ਬੋਲਣ ਵਾਸਤੇ ਹੈ। ਸੰਭਾਲੇ ਸਭਨਾ, ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ ਹਰ ਜੀਵ ਨੂੰ ਉਹ ਸੰਭਾਲਦਾ ਪਿਆ ਹੈ। ਕੱਲਾ ਸੰਭਾਲਦਾ ਹੀ ਨਹੀਂ ਪਿਆਰਿਓ, ਉਹ ਬੜਾ ਚਿੰਤਾ ਤੁਰੇ। ਅਸੀਂ ਕਹਾਂਗੇ ਰੱਬ ਨੂੰ ਵੀ ਚਿੰਤਾ ਲੱਗ ਗਈ? ਮਹਾਰਾਜ ਕਹਿੰਦੇ ਬਿਲਕੁਲ। ਹਜ਼ੂਰ ਕਹਿੰਦੇ ਨੇ ਨਾਨਕ ਜਿਨ ਕਰਤੈ, ਵਾਹਿਗੁਰੂ ਜਿਨ ਕਰਤੈ ਕਾਰਨ ਕੀਆ, ਜਿਸ ਕਰਤੇ ਨੇ, ਮੈਂ ਕੱਲ ਵੀ ਕਿਹਾ ਸੀ ਇੱਥੇ ਕਰਤੈ ਪਾਠ ਕਰਨਾ ਬਣਾਇਆ ਜਿਨੇ, ਜਿਨ ਕਰਤੈ ਕਾਰਨ ਕੀਆ ਚਿੰਤਾ ਭੇ ਕਰਨੀ ਤਾ। ਜਿਸ ਕਰਤੇ ਪੁਰਖ ਨੇ ਸਭ ਕੁਝ ਰਚਿਆ, ਤੇ ਮਹਾਰਾਜ ਕਹਿੰਦੇ ਚਿੰਤਾ ਵੀ ਉਹੀ ਕਰਦਾ ਪਿਆ ਹੈ। ਇੱਥੇ ਮੈਂ ਰੋਕ ਕੇ ਵਿਚਾਰ ਜਿਹੜੀ ਅੱਜ ਅਰਜ਼ ਕਰਨੀ ਹੈ, ਗੁਰਮੁਖੋ, ਹਰ ਇੱਕ ਜੀਵ ਨੂੰ ਇੱਕ ਚਿੰਤਾ ਖਾਂਦੀ ਹੈ। ਮੇਰਾ ਖਿਆਲ ਜੀਵ ਲਫ਼ਜ਼ ਦੀ ਥਾਂ ਮੈਂ ਥੋੜ੍ਹਾ ਜਿਹਾ ਹੋਰ ਨੇੜੇ ਆ ਜਾ, ਜਿੰਨੀ ਬੰਦੇ ਨੂੰ ਚਿੰਤਾ ਖਾਂਦੀ ਇੰਨੀ ਹੋਰ ਕਿਸੇ ਜੀਵ ਨੂੰ ਨਹੀਂ ਜੇ ਖਾਂਦੀ। ਇੱਕ ਚਿੰਤਾ ਖਾਰੀ, ਮੇਰੀ ਰੋਟੀ ਦਾ ਕੀ ਬਣੇਗਾ, ਮੇਰੀ ਰੋਜ਼ੀ ਦਾ ਕੀ ਬਣੇਗਾ, ਮੇਰੇ ਬੱਚਿਆਂ ਦੀ ਪਰਵਰਿਸ਼ ਕੀ ਹੋਵੇਗੀ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜਿਸ ਕਰਤੇ ਨੇ ਸਭ ਕੁਝ ਕੀਤਾ ਚਿੰਤਾ ਵੀ ਉਹ ਕਰਦਾ ਪਿਆ। ਤੇ ਫਿਰ ਦੁਹਰਾ ਦਿੱਤਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਫਿਰ ਧਿਆਨ ਨਾਲ ਸੁਣਿਓ, ਜਿਸ ਕਰਤੇ ਨੇ ਸਭ ਕੁਝ ਕਰਨਾ ਕੀਤਾ ਚਿੰਤਾ ਵੀ ਉਹ ਕਰ ਰਿਹਾ, ਤੇ ਜਿਨਨੇ ਜਗਤ ਉਪਾਇਆ ਉਦੋਂ ਵੱਡਾ ਚਿੰਤਾ ਤੁਰ ਕੌਣ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਥੋੜ੍ਹੀਆਂ ਜਿਹੀ ਬੇਨਤੀਆਂ ਕਰਨੀਆਂ ਪਿਆਰਿਓ। ਸੱਚ ਇਹ ਵੇ, ਇਸ ਸ਼ਲੋਕ ਦਾ ਅਰਥ ਕਦੀ ਆਲਸ ਨਾ ਕਰਿਓ, ਕਿਉਂਕਿ ਜੇ ਕਹੀਏ ਜੀ ਮੈਂ ਕੰਮ ਨਹੀਂ ਕਰਨਾ, ਰੱਬ ਨੂੰ ਚਿੰਤਾ ਹੈ ਜੀ ਮੇਰੀ, ਕੋਈ ਸ਼ੱਕ ਨਹੀਂ। ਪਰ ਪਰਮਾਤਮਾ ਨੇ ਸਾਨੂੰ ਇੱਕ ਚੇਤਨ ਸੱਤਾ ਦਿੱਤੀ, ਕਹਿੰਦੇ ਉਦਮ ਕਰ, ਪੁਰਖਾਰਥ ਕਰ, ਮਿਹਨਤ ਕਰ, ਪਰ ਇਸ ਚਿੰਤਾ ਵਿੱਚ ਮਤ ਪਈ ਮੇਰਾ ਕੀ ਬਣੇਗਾ। ਸੱਚ ਹੈ ਜਿਸ ਪਰਮਾਤਮਾ ਨੇ ਪੈਦਾ ਤੈਨੂੰ ਕੀਤਾ, ਚਿੰਤਾ ਵੀ ਉਸੇ ਨੂੰ ਲੱਗੀ ਹੋਈ ਹੈ, ਮੈਂ ਇਹਦੀ ਰੋਜ਼ੀ ਕਿਵੇਂ ਚਲਾਣੀ ਹੈ। ਥੋੜ੍ਹੇ ਜਿਹੇ ਅਸੀਂ ਪ੍ਰਮਾਣ ਬਾਣੀ 'ਚੋਂ ਲੈਂਦੇ ਹਾਂ। ਮੇਰੇ ਮਨ 'ਚ ਇੱਕ ਦਿਨ ਬਚਨ ਆਇਆ ਜੀ, ਸਨਮਾਨਯੋਗ ਗੁਰਮੁਖ ਵੀਰ ਬੈਠੇ ਨੇ ਵਿਦਵਾਨ, ਦੇਖੋ ਭਗਤ ਧੰਨਾ ਜੀ ਨਾ ਪਰਮਾਤਮਾ ਪਾਸੋਂ ਅਰਦਾਸ ਕਰਕੇ ਮੰਗਦੇ ਨੇ। ਸ਼ਬਦ ਅਸੀਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਤਨਾਸਰੀ ਜੀ, ਰਾਗ ਤਨਾਸਰੀ 'ਚ ਆਰਤਾ ਦਾ ਅਰਥ ਹੈ ਆਜਿਜ਼ ਮੰਗਤਾ।
ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਤਾਂ ਮੇਰੇ ਮਨ ਚ ਆਇਆ ਵੀ ਇੱਕ ਪਾਸੇ ਭਗਤ ਜੀ ਦਾ ਸ਼ਬਦ ਮੈਂ ਪੜਿਆ ਰਾਗ ਆਸਾ ਚ, ਉਹਨਾਂ ਦਾ ਬਚਨ ਹੈ, ਚਿਤ ਚੇਤਸ ਕੀਨੀ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋਈ। ਜਿਹਨੂੰ ਸਤਿਗੁਰੂ ਬਚਨ ਕਰ ਰਹੇ ਨੇ ਕਿ ਜਿਨ ਕਰਤੇ ਨੇ ਸਭ ਕੁਝ ਕੀਤਾ। ਹੁਣ ਦੋਨਾਂ ਸ਼ਬਦਾਂ ਨੂੰ ਬਰਾਬਰ ਰੱਖ ਕੇ ਚੱਲੋ। ਇੱਕ ਚੋਂ ਕਹਿੰਦੇ ਨੇ ਚਿੰਤਾ ਨਾ ਕਰ, ਰਿਜ਼ਕ ਦਾ ਦਾਤਾ ਪਰਮਾਤਮਾ ਹੈ। ਦੂਜੇ ਪਾਸਿਓਂ ਮੰਗਦੇ ਵੀ ਪਏ ਨੇ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸੀਧਾ ਮੰਗੂ ਘਿਓ ਖਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਸ਼ਾਦਨ ਨੀਕਾਂ ਅਨਾਜ ਮੰਗੂ ਸਤ ਸੀਕਾ ਗਊ ਭੈਸ ਮੰਗੂ ਲਵੇਰੀ। ਇੱਕ ਤਾਜਨ ਤੁਰੀ ਤੰਗੀ ਚੰਗੇਰੀ ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਪਰ ਦੂਜੇ ਪਾਸੇ ਉਹ ਸ਼ਬਦ ਵੀ ਕਹਿ ਰਹੇ ਨੇ। ਇਹਨੂੰ ਧਿਆਨ ਨਾਲ ਸੁਣੋ। ਇਹ ਗੱਲ ਯਾਦ ਰੱਖੋ ਕਿ ਭਗਤ ਕਦੀ ਵੀ ਆਪਣੀ ਰਚਨਾ ਵਿੱਚੋਂ ਭਗਵੰਤ ਨੂੰ ਮੁਨਫੀ ਨਹੀਂ ਕਰਦਾ। ਫਿਰ ਸਿਆਣ ਨਾਲ ਉਹ ਮਿਹਨਤ ਕਰਦਾ ਹੈ, ਪਰ ਕਰਤਾ ਫਿਰ ਵੀ ਰੱਬ ਉੱਤੇ ਛੱਡ ਦਿੰਦਾ ਹੈ। ਉਹ ਕਹਿੰਦਾ ਮੈਂ ਕਿਰਤ ਕਰ ਰਿਹਾ, ਠੀਕ ਹੈ, ਲੋਕ ਮੈਨੂੰ ਕਰਤਾ ਕਹਿਣਗੇ। ਮੰਨ ਲਓ ਬਿਜ਼ਨਸ ਕਰਨੇ ਆ, ਦੁਕਾਨ ਕਰਨੇ ਆ, ਕੁਝ ਕਰਨੇ ਆ, ਪਰ ਯਾਦ ਰੱਖੋ ਸਭ ਕੁਝ ਕਰਕੇ ਵੀ ਬਰਕਤਾਂ ਤਾਂ ਪੈਂਦੀਆਂ ਨੇ ਜੇ ਉਹਦੀ ਕਿਰਪਾ ਹੋਵੇ ਤਾਂ। ਉਹਦੀ ਕਿਰਪਾ ਤੋਂ ਬਿਨਾਂ ਕੱਲੀਆਂ ਮਿਹਨਤਾਂ ਫਲ ਜਾਂਦੀਆਂ ਨੇ। ਇਸ ਸਵੇਰੇ ਅੰਮ੍ਰਿਤ ਵਚਨ ਹੋਣਾ ਕਿ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਹੁਣ ਜਦੋਂ ਭਗਤ ਮੰਗਦਾ ਹੈ, ਇਹਦੇ ਵਿੱਚ ਮੈਨੂੰ ਦੱਸੋ ਕਿ ਉਹ ਪਰਮਾਤਮਾ ਨੂੰ ਵੱਖ ਕਰਕੇ ਮੰਗ ਗਏ? ਉਹ ਕੱਲੀ ਦਾਤ ਨਹੀਂ ਮੰਗ ਰਿਹਾ। ਸੱਚ ਐਵੇਂ ਉਹਦੀ ਦਾਤ ਵਿੱਚੋਂ ਸੰਤੋਖ ਝਲਕਦਾ ਹੈ, ਉਹਦੀ ਮੰਗਣ ਵਿੱਚੋਂ ਲਾਲਚ ਨਹੀਂ ਝਲਕਦਾ ਪਿਆ। ਕਬੀਰ ਸਾਹਿਬ ਦਾ ਸ਼ਬਦ ਤੇ ਭਗਤ ਧੰਨਾ ਜੀ ਦਾ ਸ਼ਬਦ ਦੋਨੋਂ, ਮੇਰਾ ਖਿਆਲ ਦੋਨਾਂ ਸ਼ਬਦਾਂ ਵਿੱਚ ਜੋ ਭਗਤਾਂ ਦੀ ਮੰਗ ਹੈ, ਅੱਜ ਦੇ ਬੰਦੇ ਦੀ ਮੰਗ ਦੇਖੋ ਤੇ ਉਹਨਾਂ ਭਗਤਾਂ ਦੀ ਮੰਗ ਦੇਖੋ। ਉਹ ਮੰਗ ਕੇ ਵੀ ਇਹ ਤਸਦੀਕ ਕਰ ਰਹੇ ਨੇ ਅਸੀਂ ਲਾਲਚੀ ਨਹੀਂ, ਸਬਰ ਲਈ ਤੇਰੇ ਤੋਂ ਮੰਗਣੇ ਆ, ਭਗਤੀ ਕਰਨੀ ਹੈ ਤੇਰੀ। ਇਸ ਮੰਗਣ ਦਾ ਅਰਥ ਇਹ ਨਹੀਂ ਕਿ ਉਹ ਆਪਣੀ ਕਿਰਤ ਨੂੰ ਤਿਆਗਣ ਵਾਸਤੇ ਤਿਆਰ ਨੇ। ਫਿਰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਬਚਨ ਕਿ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਉਹਦੇ ਵਿੱਚ ਇੱਕ ਬਚਨ ਪੜ੍ਹਨਾ, ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ। ਦੋਇ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲਿਉਨਾ। ਪਾਓ ਦਾ ਅਰਥ ਪਾਈਆ। ਅੱਧ ਸਿਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਵਾਲੇ। ਖਾਟ ਮੰਗੂ ਚੌਪਾਈ, ਸਰਹਾਨਾ ਅਵਰ ਤਲਾਈ। ਪਰ ਪਿਆਰਿਓ ਉਸ ਮੰਗ ਵਿੱਚ ਸਪਿਰਿਚੁਅਲਿਟੀ ਹੈ, ਉਸ ਮੰਗ ਵਿੱਚ ਪਰਮਾਰਥ ਹੈ। ਉਸ ਮੰਗ ਵਿੱਚ ਕੇਵਲ ਢਿੱਡ ਭਰ ਕੇ ਸੌਣਾ ਨਹੀਂ। ਉਹ ਸ਼ਬਦ ਦੇ ਅਖੀਰਤ ਹੈ ਕਿ ਉੱਪਰ ਕੋ ਮੰਗੂ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ। ਇਹ ਨਹੀਂ ਕਿ ਮੈਂ ਇਸ ਕਰਕੇ ਮੰਗ ਰਿਹਾ ਕਿ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨੰਦਿਆਂ ਸਭ ਅੰਗ, ਇਸ ਕਰਕੇ ਨਹੀਂ ਮੰਗ ਰਿਹਾ ਕਿ 100 ਉਲਾਮੇ ਦਿਨਾਂ ਕਹਿ ਰਾਤੀ ਮਿਲਨ ਸਹੰਸ। ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ। ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ। ਬਸ ਬੇਨਤੀ ਹੈ ਜੇ ਮੰਗ ਰਹੇ ਨੇ ਉਹ એનર્ਜੀ ਸਿਰਫ ਖਾਣ ਵਾਸਤੇ, ਮੈਨੂੰ ਜੀਵਨ ਚਾਹੀਦਾ, ਮੈਂ ਜੀਵਨ ਚਲਾਉਣ ਲਈ ਮੰਗਣਾ ਪਿਆ। ਪਰ ਉਹਨਾਂ ਨੇ ਭਗਤ ਨਾਮਦੇਵ ਧੰਨਾ ਜੀ ਆਪ ਹਲ ਵਾਹੁੰਦੇ ਨੇ, ਕਬੀਰ ਸਾਹਿਬ ਕੱਪੜੇ ਬੁਣਦੇ ਨੇ। ਤੁਸੀਂ ਦੱਸੋ ਨਾ ਕਿਰਤ ਕਦੇ ਤਿਆਗੀ? ਹਾਂ, ਪਰਿਵਾਰ ਵਿੱਚ ਕਿਰਤ ਨਾਲ ਲਾਲਚ ਜੁੜ ਜਾਏ ਤੇ ਉੱਥੇ ਭਗਤ ਕਹਿੰਦੇ ਨੇ ਕਹਿਤ ਕਬੀਰ ਸੁਨੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਘੁਰਾਈ। ਕਿਉਂ ਰੋਈ ਜਾਨੀ ਹੈ? ਮੇਰਾ ਵੀ ਤੇ ਬੱਚਿਆਂ ਦਾ ਦਾਤਾ ਪਰਮਾਤਮਾ ਹੈ। ਪਰ ਕਿਰਤ ਨਹੀਂ ਉਹ ਤਿਆਗਦੇ, ਉਹ ਲਾਲਚ ਵਾਲੀ ਬਿਰਤੀ ਤਿਆਗ ਦਿੱਤੀ। ਫਿਰ ਬੇਨਤੀ ਹੈ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਮੈਂ ਅਰਜ਼ ਕਰਾਂਗਾ ਉਦਮ ਕਿਤੇ ਨਹੀਂ। ਬਾਬਾ ਜੀ ਨੇ ਕਿਹਾ ਸਿੱਖ ਨੇ ਉਦਮ ਨਹੀਂ ਕਰਨਾ। ਬਾਣੀ 'ਚ ਅਸੀਂ ਪੜ੍ਹਦੇ ਹਾਂ ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ। ਬਾਬਾ ਜੀ ਨੇ ਬਾਣੀ 'ਚ ਕਿਹਾ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਪਰ। ਜਿਹੜੀ ਇਹ ਚਿੰਤਾ ਖਾ ਜਾਏ ਵੀ ਮੇਰੀ ਰੋਟੀ ਦਾ ਕੱਲ੍ਹ ਨੂੰ ਕੀ ਬਣਨਾ ਹੈ, ਮਹਾਰਾਜ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ ਕਿਹੜੇ ਕਿਹੜੇ ਜੀਵ ਨੇ ਜਿਹੜੇ ਚਿੰਤਾ ਨਹੀਂ ਕਰਦੇ, ਬਸ ਉਹਦੇ ਅਚੇਤ ਹੁਕਮ ਵੀ ਚੱਲੀ ਜਾਂਦੇ। ਮੈਂ ਅਚੇਤ ਸ਼ਬਦ ਵਰਤੇ, ਇਹ ਸ਼ਬਦ ਨੂੰ ਫਿਰ ਮੈਂ ਦੁਹਰਾ ਦੇਣਾ। ਅਸੀਂ ਸੁਚੇਤ ਹੋ ਕੇ ਵੀ ਹੁਕਮ ਤੋਂ ਆਗੀਆਂ,
ਉਹ ਅਚੇਤ ਹੋ ਕੇ ਵੀ ਹੁਕਮ ਨੂੰ ਸਮਰਪਿਤ ਨੇ। ਦੇਖੋ ਇੱਕ ਰੁੱਖ ਹੈ, ਇਹਦੇ ਤੇ ਕੀ ਪੀੜਾ ਦੁੱਖ ਨਹੀਂ ਇਹਨੂੰ ਆਉਂਦਾ? ਜਦੋਂ ਪੱਤ ਝੜ ਆਉਂਦੀ ਏ, ਸੀਤ ਵੱਜਦੀ ਏ, ਵਗਦੀ ਏ, ਪੱਤੇ ਝੜਦੇ ਨੇ, ਪਰ ਰੁੱਖ ਕਹਿੰਦਾ ਅਚੇਤ ਕੋਈ ਗੱਲ ਨਹੀਂ, ਝੜ ਗਏ ਤਾਂ ਕਿ ਮੈਂ ਉਹਦੇ ਹੁਕਮ ਵਿੱਚ ਰਿਹਾ ਹੋਇਆ। ਉਹ ਉਲਾਮੇ ਨਹੀਂ ਦਿੰਦਾ। ਬੇਨਤੀ ਕਰਾਂ, ਇੱਕ ਜਾਨਵਰ ਹੈ, ਉਹਦੇ ਤਨ ਨੂੰ ਕੋਈ ਖੇਦ ਆਉਂਦੀ ਹੈ, ਪੀੜਾ ਆਉਂਦੀ ਹੈ, ਸਾਡੇ ਸਾਹਮਣੇ ਮੰਨ ਲਓ ਕਿਸੇ ਜਾਨਵਰ ਦੇ ਤਨ ਨੂੰ ਕੀੜੇ ਤੱਕ ਪੈ ਜਾਣ, ਉਹ ਬੂਹੇ ਅੱਗੇ ਖਲੋਤਾ ਪੈਰ ਮਾਰੇਗਾ, ਉਸ ਕੀੜਿਆਂ ਵਾਲੀ ਥਾਂ ਨੂੰ ਛੰਡੇਗਾ, ਪਰ ਕਦੀ ਉਹਦੀ ਆਵਾਜ਼ 'ਚੋਂ ਇਹ ਆਵਾਜ਼ ਨਹੀਂ ਨਿਕਲਦੀ ਕਿ ਰੱਬਾ ਤੂੰ ਮੇਰੇ ਨਾਲ ਮਾੜਾ ਕੀਤਾ। ਉਹ ਅਚੇਤ ਹੀ ਹੁਕਮ ਨੂੰ ਮੰਨੀ ਜਾ ਰਿਹਾ, ਅਚੇਤ। ਇਸੇ ਕਰਕੇ ਮੈਂ ਬੇਨਤੀ ਕਰਨਾ, ਅਚੇਤਤਾ ਦਾ ਹੁਕਮ ਮੰਨਦਿਆਂ ਇੱਕ ਦਿਨ ਮਨੁੱਖ ਦੇਹੀ ਵਿੱਚ ਆ ਜਾਂਦਾ ਹੈ। ਫਿਰ ਸੁਣਿਓ, ਇਹ ਧਿਆਨ ਨਾਲ ਸਭ ਸੁਣਨ ਵਾਲਾ ਹੈ। ਉਹ ਅਚੇਤ ਮੰਨ ਰਿਹਾ ਹੈ, ਪਰ ਜਿਹਨੂੰ ਅਸੀਂ ਸਚੇਤ ਕਹਿੰਦੇ ਹਾਂ, ਜਿੰਨਾ ਇਹ ਰੱਬ ਨੂੰ ਉਲਾਮੇ ਦਿੰਦਾ, ਸਾਰੀ ਸ੍ਰਿਸ਼ਟੀ 'ਚ ਬੰਦੇ ਤੋਂ ਵੱਧ ਅਕਿਰਤ ਕਣ ਤੇ ਬੰਦੇ ਤੋਂ ਵੱਧ ਨਿਸ਼ੁਕਰਾ ਦੁਨੀਆ ਵਿੱਚ ਕੋਈ ਵੀ ਨਹੀਂ। ਮੈਨੂੰ ਬਖਸ਼ ਦਿਆ ਜੇ। ਇਹ ਸਭ ਕੁਝ ਲੈ ਕੇ ਵੀ, ਸਾਲਾਂ ਦਾ ਜੋੜ ਕੇ ਵੀ ਰੱਬ ਤੇ ਤਰ ਕਰਦਾ। ਮੇਰੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜਿਸ ਕਰਤੇ ਨੇ ਸਭ ਕੁਝ ਸਿਰਜਿਆ, ਉਹਨੂੰ ਚਿੰਤਾ ਹੈ ਕਿ ਮੈਂ ਇਹ ਸਭ ਕੁਝ ਕਿਵੇਂ ਚਲਾਣਾ ਹੈ। ਆਓ ਅਸੀਂ 2-3 ਪ੍ਰਮਾਣ ਲੈ ਲੈਂਦੇ ਹਾਂ ਬਾਣੀ 'ਚੋਂ ਕਿ ਉਦਮ ਕਰੋ ਪਰ ਚਿੰਤਾ ਨਾ ਕਰੋ। ਚਿੰਤਾ ਦੀ ਥਾਂ ਤੇ ਮੇਰਾ ਗੁਰੂ ਕਹਿੰਦਾ ਵਾਹਿਗੁਰੂ ਜੀ ਦਾ ਚਿੰਤਨ ਕਰੋ, ਉਹਦਾ ਸ਼ੁਕਰ ਕਰੋ। ਥੋੜ੍ਹਾ ਜਿਹਾ ਮਨ ਨੂੰ ਟਿਕਾਣ ਲਈ ਮੈਂ ਬੇਨਤੀਆਂ ਕਰਾਂਗਾ। ਪਹਿਲਾ ਸ਼ਬਦ ਅਸੀਂ ਚੁਣਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਦਾ, ਜੋ ਮੈਂ ਅਰਜ਼ ਕੀਤੀ। ਉਹਦੇ ਵਿੱਚ ਇੱਕ ਗੱਲ ਕਹਿੰਦੇ ਨੇ, ਦੇਖੋ ਹਲ ਵਾਹਣ ਵਾਲਾ ਇੱਕ ਜ਼ਿਮੀਂਦਾਰ ਤੇ ਦਾਸ, ਉਹ ਉਹਨਾਂ ਦੇ ਉਸ ਸਥਾਨ ਤੇ ਕਥਾ ਵੀ ਕਰਕੇ ਆਇਆ ਜਿੱਥੇ ਭਗਤ ਧੰਨਾ ਜੀ ਦਾ ਧੁਆਨ ਪਿੰਡ ਵਿੱਚ ਵਾਰ-ਵਾਰ ਅਜੇ ਵੀ ਭਗਤ ਜੀ ਦੇ ਨਾਮ ਤੇ ਕਈ ਬਿੱਗੇ ਜ਼ਮੀਨ ਬੋਲਦੀ ਭਗਤ ਜੀ ਦੇ ਨਾਂ ਤੇ। ਤੇ ਜਦੋਂ ਕਥਾ ਕਰਨ ਗਏ ਸਵੇਰੇ, ਮੈਂ ਬਾਹਰ ਨਿਕਲਿਆ ਘੁੰਮਣ, ਤੇ ਮੇਰੇ ਮਨ 'ਚ ਆਇਆ, ਮਣਾ ਅਸੀਂ ਲੋਕ ਬੱਜੇ ਪਏ ਸ਼ਹਿਰਾਂ 'ਚ, ਇੰਝ ਕਰ ਲੋ ਇੰਝ ਕਰ ਲੋ, ਰੱਬ ਤਾਂ ਮਿਲਦਾ ਜੇ, ਲੜੀ ਜਾਂਦੇ ਆ, ਐ ਸਿੰਘ ਵਸਾਏ ਬੈਠੇ ਆ। ਮੈਂ ਕਿਹਾ ਇਹ ਖੂਹ ਏ, ਇਹਦੀ ਮਨ ਤੇ ਬੈਠਾ ਸੀ, ਬਲਦਾਂ ਪਿੱਛੇ ਤੁਰਦਾ ਸੀ, ਇਹਨਾਂ ਖੇਤਾਂ ਵਿੱਚ ਹੀ ਕਰਮ ਯੋਗੀ ਬਣ ਕੇ ਧਰਮ ਯੋਗੀ ਬਣ ਗਿਆ। ਕਰਮ ਕਮਾਉਂਦਾ ਕਮਾਉਂਦਾ ਰੱਬ ਤੱਕ ਪਹੁੰਚ ਗਿਆ। ਜਦੋਂ ਆਸਾ ਕੀ ਵਾਰ 'ਚ ਅੱਗੇ ਬਚਨ ਆਉਣਗੇ, ਇਹ ਸੱਚ ਜੇ। ਜਿਹਨੂੰ ਅਸੀਂ ਲੋਕ ਧਰਮ ਸਮਝਣੇ ਪਿਆ, ਮੇਰਾ ਗੁਰੂ ਨਾਨਕ ਕਹੇਗਾ ਨਹੀਂ, ਧਰਮ ਦੇ ਬੁਰਕੇ ਦੇ ਥੱਲੇ ਚੋਰ ਲੁਕੇ ਹੋਏ ਨੇ, ਧਰਮ ਦੇ ਅਸਥਾਨਾਂ ਦੇ ਥੱਲੇ ਠੱਗ ਬੈਠੇ ਹੋਏ ਨੇ। ਮੈਂ ਦੇਖੋ ਇਹ ਸਾਰੇ ਬਚਨ ਬਾਣੀ ਅੱਜ ਵੀ ਹੁਣ ਇੱਕ ਤੁਕ। ਉਸ ਭਗਤ ਏਡੀ ਵੱਡੀ ਉਹਦੀ ਦਲੀਲ ਦਾ ਕੋਈ ਅੰਤ ਨਹੀਂ। ਮੈਂ ਉਹਨੂੰ ਥੋੜੀ ਜਿਹੀ ਲੜੀ ਬਣਾ ਕੇ ਅਰਜ਼ ਕਰਨਾ ਹੁੰਦਾ। ਉਹ ਕਹਿੰਦੇ ਨੇ, ਉਹ ਮੇਰੇ ਚਿੱਤ ਤੂੰ ਚਿੰਤਾ ਨਾ ਕਰ, ਤੂੰ ਉਹ ਕਰਤੇ ਨੂੰ ਚੇਤੇ ਕਰ, ਇਸ ਧਰਤੀ ਤੇ ਨਹੀਂ। ਉਹਨਾਂ ਨੇ ਤਾਂ ਲਫ਼ਜ਼ ਵਰਤੇ, ਇਸ ਧਰਤੀ ਤੋਂ ਉੱਡ ਕੇ ਤੂੰ ਚੰਦਰਮਾ ਤੇ ਘਰ ਬਣਾ ਲੈ। ਜੇ ਮੈਂ ਅਰਥ ਕਰਾਂਗਾ ਤਾਂ, ਜੇ ਭਾਵੇਂ ਬ੍ਰਹਿਮੰਡ ਖੰਡ ਕੋ, ਖੰਡ ਤੇ ਬ੍ਰਹਿਮੰਡ ਦੋ ਸ਼ਬਦ ਨੇ। ਇਹ ਬ੍ਰਹਿਮੰਡ ਦਾ ਅਰਥ ਵੀ ਇਹ ਵੇ ਕਿ ਕੱਲ ਨੂੰ ਸਾਇੰਸ ਇਹ ਕਵੇ ਵੀ ਇਸ ਧਰਤੀ ਤੋਂ ਬਿਨਾਂ ਸਾਨੂੰ ਹੋਰ ਵੀ ਜ਼ਮੀਨ ਲੱਗ ਗਈ, ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉੱਥੇ ਵੀ ਸੱਚ ਹੋਵੇਗਾ, ਤੂੰ ਇਸ ਧਰਤੀ ਤੋਂ ਉੱਡ ਕੇ ਬ੍ਰਹਿਮੰਡ ਵਿੱਚ ਵੀ ਚਲਾ ਜਾ, ਤੇ ਬ੍ਰਹਿਮੰਡ ਵਿੱਚ ਵੀ ਰਿਜ਼ਕ ਦਾਣ ਵਾਲਾ ਪਰਮਾਤਮਾ ਹੀ ਬੈਠਾ ਹੈ। ਕਿਉਂਕਿ ਆਸਨ ਲੋਏ ਲੋਏ ਭੰਡਾਰ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਉਹ ਕਰੋੜਾਂ ਬ੍ਰਹਿਮੰਡਾਂ ਵਿੱਚ ਕੱਲੀ ਇਹ ਮਤ ਸਮਝੋ। ਮੈਂ ਕੱਲ ਵੀ ਕਿਹਾ ਸੀ ਕਿ ਅਸੀਂ ਲੋਕ ਫਸੇ ਆ ਛੋਟੀਆਂ ਛੋਟੀਆਂ ਗੱਲਾਂ 'ਚ। ਥੋੜ੍ਹੀ ਜਿਹੀ ਸੁਰਤ ਉੱਚੀ ਚੁੱਕ ਕੇ ਦੇਖੋ ਪਿਆਰਿਓ, ਮੈਂ ਸ਼ਾਇਦ ਕੱਲ ਅਰਜ਼ ਕੀਤੀ ਸੀ, ਸਾਡੀ ਜ਼ਮੀਨ ਰੱਬ ਦੇ ਬਣਾਏ ਹੋਏ ਬ੍ਰਹਿਮੰਡ ਵਿੱਚ ਇੱਕ ਨਿੱਕੇ ਜਿਹੇ ਬਿੰਦੂ ਦੀ ਤਰ੍ਹਾਂ ਹੈ। ਇਹਦੀ ਕੋਈ ਕੀਮਤ ਨਹੀਂ। ਛਾਲਾਂ ਮਾਰੀ ਜੋ ਇਸ ਬਿੰਦੂ 'ਚ, ਮੈਂ ਬੜਾ ਵੱਡਾ, ਮੈਂ ਸਰਦਾਰ, ਮੇਰਾ ਆ ਬਿੰਦੂ ਵਿੱਚ ਘੁੰਮੀ ਜਾ। ਉੱਤੋਂ ਸਪੇਸ 'ਚੋਂ ਜਦੋਂ ਕੋਈ ਆਏਗਾ ਤੇ ਉਹ ਉੱਤੇ ਉੱਡਣ ਵਾਲਾ ਕਹੇਗਾ ਇਸ ਬਿੰਦੂ ਵਿੱਚ ਬੈਠੇ ਲੋਕ ਬੜੇ ਆਕੜਖਾਰ ਨੇ। ਬਾਕੀ ਛੱਡੋ ਧਰਤੀ ਦੀ ਗੱਲ, ਮੈਂ ਰਾਤ ਵਾਲੀ ਕਥਾ ਥੋੜ੍ਹੀ ਰਿਪੀਟ ਕਰਨ ਲੱਗਾ। ਸੂਰਜ ਧਰਤੀ ਤੋਂ ਕਈ ਗੁਣਾ ਵੱਡਾ, ਜਿਹੜੇ ਰੱਬ ਨੇ ਹੋਰ ਸੂਰਜ ਪੈਦਾ ਕੀਤੇ ਨੇ, ਸੂਰਜ ਉਹਨਾਂ ਦੇ ਸਾਹਮਣੇ ਨਿੱਕਾ ਜਿਹਾ ਟਿਮਕਣਾ ਹੈ। ਸਪੇਸ ਨੂੰ ਪੜ੍ਹਨ ਵਾਲਿਆਂ ਨੂੰ ਪਤਾ ਹੈ। ਤੇ ਫਿਰ ਮੈਂ ਦੱਸਾਂ ਬੰਦਾ ਕਿੱਥੇ ਖਲੋਤਾ ਹੋਇਆ। ਉੱਥੇ ਉਹਨਾਂ ਨੇ ਸ਼ਬਦ ਵਰਤਿਆ, ਕਹਿੰਦੇ ਨੇ ਮੈਂ ਇੱਕ ਗੱਲ ਤੈਨੂੰ ਕਹਿਣਾ, ਕੱਲੀ ਰਾਜਸਥਾਨ ਦੀ ਧਰਤੀ ਨਹੀਂ, ਪੰਜਾਬ ਦੀ ਧਰਤੀ ਨਹੀਂ,
ਕੱਲੀ ਭਾਰਤ ਵਰਸ਼ ਦੀ ਧਰਤੀ ਨੂੰ ਗੱਲ ਛੱਡ, ਕੱਲਾ ਇਹ ਪਲੈਨਟ ਹੀ ਨਹੀਂ, ਸੱਚ ਇਹ ਵੇ ਇਹਨੂੰ ਉੱਡ ਕੇ ਤੂੰ ਕਿਤੇ ਵੀ ਜਾਏਗਾ, ਕਿਸੇ ਬ੍ਰਹਿਮੰਡ ਦੀ ਥਾਂ ਤੇ ਪਹੁੰਚੇਗਾ, ਉੱਥੇ ਵੀ ਰੱਬ ਹੀ ਰਿਜ਼ਕ ਦਾਤਾ ਹੋਵੇਗਾ। ਹਲ ਵਾਹੁਣ ਵਾਲੇ ਭਗਤ ਦਾ ਸਪੇਸ ਬਾਰੇ ਖਿਆਲ ਹੈ। ਚਿਤ ਚੇਤਸ ਕੀ ਨਹੀਂ ਦਇਆਲ ਦਮੋਦਰ, ਦਇਆਲ ਦਿਆਲੂ, ਦਮੋਦਰ ਦੇ ਅਰਥ ਕਰ ਲੈਣੇ ਚਾਹੀਦੇ ਨੇ। ਅਸੀਂ ਸਿੱਧੇ ਹੀ ਅਰਥ ਕਰਨੇ ਆ, ਦਮੋਦਰ ਦੇ ਅਰਥ ਪਰਮਾਤਮਾ, ਤੇ ਦਮੋਦਰ ਦਾ ਅਰਥ ਹੁੰਦਾ ਜਿਹਦੇ ਉਦਰ ਦੇ ਦੁਆਲੇ ਤੜਾਗੀ ਹੈ। ਤੜਾਗੀ ਬੀਬੀਆਂ ਨੂੰ ਪਤਾ ਨਾ, ਬੱਚਿਆਂ ਨੂੰ ਬੰਨ੍ਹਦੀਆਂ। ਦਮੋਦਰ ਦਾ ਅਰਥ ਇਹ, ਵਾਹਿਗੁਰੂ ਜੀ ਕਿਰਪਾ ਕਰੇ ਸਾਨੂੰ ਥੋੜ੍ਹੀ ਜਿਹੀ ਖੁੱਲ੍ਹ ਦਿਲਾ ਬਖਸ਼ੇ ਅੰਦਰ ਦਾ ਗਿਆਨ। ਕਹਿੰਦੇ ਉਸ ਦਮੋਦਰ ਨੂੰ ਕਿਉਂ ਨਹੀਂ ਚੇਤੇ ਕਰਦਾ, ਦਇਆਲ ਨੂੰ ਕਿਉਂ ਨਹੀਂ ਚੇਤੇ ਕਰਦਾ? ਭਗਤ ਧੰਨਾ ਸਾਹਿਬ ਜੀ, ਚਿਤ ਚੇਤਸ ਕੀ ਨੇ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਹੁਣ ਅਗਲੇ 3 ਪ੍ਰਮਾਣ ਦਿੱਤੇ ਗੁਰਮੁਖੋ, ਕਮਾਲ ਕਰ ਦਿੱਤੀ ਉਸ ਮਹਾਂਪੁਰਖ ਨੇ। ਕਹਿੰਦੇ ਨੇ ਹੁਣ ਤੇਰਾ ਜਨਮ ਹੋ ਗਿਆ, ਤੂੰ ਬੋਲਣਾ, ਹਲ ਵਾਹਣਾ, ਦੁਕਾਨ ਕਰਨਾ, ਬਿਜ਼ਨਸ ਕਰਨਾ, ਤੇਰਾ ਦਿਮਾਗ, ਤੇਰਾ ਦਾਇਰਾ ਕਿੰਨਾ ਵੱਡਾ ਹੋ ਗਿਆ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਮੁਲਕ ਤੋਂ ਦੂਜੇ ਤੀਜੇ ਮੁਲਕ। ਕਹਿੰਦੇ ਨੇ ਉਹ ਦਿਨ ਚੇਤੇ ਕਰ ਜਿੱਦਣ ਮਾਂ ਦੇ ਪੇਟ ਵਿੱਚ ਥਾਂ ਬਿਲਕੁਲ ਥੋੜੀ ਜਿਹੀ ਸੀ। ਦੇਖੋ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਮੈਂ ਸਿਰਫ ਇੱਥੇ ਬੋਲ ਰਿਹਾ, ਉਹ ਚਿੰਤਾ ਕਰ ਰਿਹਾ ਜਿਹਨੇ ਤੈਨੂੰ ਪੈਦਾ ਕੀਤਾ। ਉਹ ਥਾਂ ਸੀ ਕਿੰਨੀ ਕੁ ਹੈ, ਸਿਰਫ ਇੱਕ ਪੁੱਠੇ ਲਟਕਣ ਜਿੰਨੀ ਥਾਂ ਜੀ। ਪਾਣੀ 'ਚ ਬੰਦਾ ਡੁੱਬਿਆ ਤੇ ਰੱਬ ਕੀ ਕਰਦਾ, ਜਦੋਂ ਉੱਪਰ ਵਾਲੀ ਝਿੱਲੀ, ਕਿਉਂਕਿ ਮੇਰਾ ਵਿਸ਼ਾ ਨਹੀਂ, ਸਿਰ ਮੈਂ ਰਿਜ਼ਕ ਤੇ ਸੋ ਕਰਤਾ ਚਿੰਤਾ ਕਰੇ, ਜਦੋਂ ਉਹ ਚਮੜੀ ਦੇ ਉੱਪਰ ਵਾਲੀ ਝਿੱਲੀ ਗਰਮੈਸ਼ ਨਾਲ, ਤਾਪਮਾਨ ਨਾਲ ਖਤਮ ਹੋਣ ਲੱਗਦੀ ਏ, ਰੱਬ ਉਹਨੂੰ ਲਾ ਦਿੰਦਾ, ਨਵੀਂ ਉੱਤੇ ਚਾੜ ਦਿੰਦਾ। ਵੇਖੋ ਏਡਾ ਵੱਡਾ ਵਾਹਿਗੁਰੂ। ਜਦੋਂ ਸਾਡੇ ਤਨ ਨੂੰ ਮਾਂ ਵੀ ਕੱਪੜੇ ਨਾਲ ਨਹੀਂ ਸੀ ਢੱਕ ਰਹੀ, ਉਦੋਂ ਮੇਰੇ ਕਰਤਾਰ ਨੇ ਸਾਡੀ ਬੋਡੀ ਨੂੰ ਢੱਕਿਆ। ਫਿਰ ਉਸ ਪੁੱਠੇ ਲਟਕੇ ਹੋਏ ਨੂੰ, ਪਾਣੀ ਦੇ ਵਿੱਚ ਪਏ ਹੋਏ ਨੂੰ ਮਾਂ ਚਲੋ ਪ੍ਰਸ਼ਾਦ ਪਾਣੀ ਛਕਦੀ। ਅੱਜ ਤਾਂ ਡਾਕਟਰ ਕਹਿੰਦੇ ਨੇ ਆਹ ਦਵਾਈਆਂ ਲਓ, ਆਹ ਲਓ, ਖੋਜ ਕਰ ਲਈ ਬੰਦੇ ਨੇ। ਪਰ ਜਦੋਂ ਮਾਂ ਨੂੰ ਪਤਾ ਹੀ ਨਹੀਂ ਸੀ ਕਿ ਅਦਰ 'ਚ ਨਿਵਾਸ ਹੋ ਗਿਆ, ਜਨਮ ਵੇਲੇ ਇਹਨੂੰ ਪ੍ਰਗਟ ਹੋਣਾ, ਇਹਨੇ ਆਉਣਾ, ਪਰ ਉਸ ਵਕਤ 24 ਘੰਟੇ ਉਸ ਜੀਵ ਦੀ ਰੋਜੀ ਦੀ ਚਿੰਤਾ ਮਾਂ ਨੂੰ ਨਹੀਂ ਸੀ, ਉਹਦੀ ਰੋਜੀ ਦੀ ਚਿੰਤਾ ਕਰਤਾਰ ਨੂੰ ਸੀ, ਪਰਮਾਤਮਾ ਨੂੰ ਸੀ। ਇਸੇ ਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟੀ ਕੇ पट बीज बचावे, माता के उदर में प्रतिपाल करे, सो करता चिंता करे जिन उपाया जग। माता के उदर में प्रतिपाल करे, सो क्यों मनो विसारिय, मनो क्यों विसारिय एवड़ दाता। जे अगन में सो करता चिंता करे, जे अगन में आहार पहुंचावे, मात गर्भ में आपन सिमरन दे, तै तुम राखण खारे। प्यारिओ ऐसे कमाल दी गल, ਉਹਨੇ ਪਾਣੀ 'ਚ ਸਾਨੂੰ ਰੋਜ਼ੀ ਦਿੱਤੀ। ਫਿਰ ਬੇਨਤੀ ਕਰਾਂ, ਧਿਆਨ ਨਾਲ ਸੁਣਿਓ ਕਿ ਪਾਣੀ 'ਚ ਜੀਵ ਪਲਦਾ ਪਿਆ, ਇਹ ਵੀ ਮੈਂ ਸ਼ਬਦ ਬਾਣੀ 'ਚੋਂ ਕਹਾਂਗਾ। ਇੱਕ ਪਾਸੇ ਮਾਂ ਦੇ ਪੇਟ 'ਚ ਚਿੰਤਾ ਕਰਨ ਵਾਲਾ ਕਰਤਾਰ ਕਹਿ ਰਿਹਾ ਹੈ, ਮੈਂ ਤੈਨੂੰ ਰੋਜ਼ੀ ਦਿਆਂਗਾ, ਤੂੰ ਸਿਮਰਨ 'ਚ ਜੁੜਿਆ, ਮੈਂ ਤੇਰਾ ਫਿਕਰ ਕਰਾਂਗਾ। ਪਰ ਅਰਜ਼ ਕਰਾਂ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ 'ਚ ਇਹਨੂੰ ਵਾਸ਼ਨਾ ਨਾ ਲਿਆ ਜੇ, ਮੈਂ ਸ਼ਬਦ ਕਈ ਵਾਰੀ ਖੁੱਲ੍ਹੇ ਵਰਤ ਜਾਣਾ। ਪੇਟ 'ਚ ਰੋਜ਼ੀ ਦੇ ਰਿਹਾ ਹੈ, ਉਧਰ ਮਾਂ ਦੇ ਸੀਨੇ ਵਿੱਚ ਨਾ ਮੱਖਣ ਇਕੱਠਾ ਕਰੀ ਜਾ ਰਿਹਾ ਹੈ। ਕਹਿੰਦਾ ਹੈ ਜਦੋਂ ਤੂੰ ਜਨਮ ਨਹੀਂ ਲਿਆ, ਢਿੱਡ ਵਿੱਚ ਮੈਂ ਤੇਰੀ ਪਰਵਰਿਸ਼ ਕਰਨਾ, ਤੇਰਾ ਜਨਮ ਹੋਵੇਗਾ, ਮਾਂ ਤੇਰੀ ਦੇ ਸੀਨੇ 'ਚ ਤੇਰੀ ਫੀਡ ਮੱਖਣ ਦੀ ਤਰ੍ਹਾਂ ਜੰਮੀ ਪਈ ਹੈ, ਜਨਮ ਹੋਵੇਗਾ, ਮੈਂ ਨਾਲ ਹੀ ਪਿਘਲਾ ਕੇ ਦੁੱਧ ਬਣਾ ਦੇਵਾਂਗਾ। ਕੀ ਇਹ ਕਰਤੇ ਨੂੰ ਚਿੰਤਾ ਨਹੀਂ? ਸੋ ਕਰਤਾ ਚਿੰਤਾ ਕਰੇ। ਦੇਖੋ ਭਗਤ ਜੀ ਨੇ ਸ਼ਬਦ ਵਰਤਿਆ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ। ਆ 10 ਸੁਰਾਖਾਂ ਵਾਲਾ ਪਿੰਡ, ਜਿਨ੍ਹਾਂ 9 ਬਾਰੇ ਤਾਂ ਬੰਦੇ ਨੇ ਰੱਜ ਕੇ ਭੋਗ ਮਾਣੇ, 10ਵੇਂ ਨੂੰ ਉਹ ਨਹੀਂ ਜਾਣਿਆ ਜਿਨ੍ਹਾਂ 9ਵਾਂ ਤੇ ਕਾਬੂ ਕਰ ਲਿਆ। 9 ਦ੍ਰਿਸ਼ਟਮਾਨ ਨੇ, 10ਵਾਂ ਗੁਪਤ ਹੈ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ, ਉਹ ਰੋਜ਼ੀ ਦੇ ਰਿਹਾ ਹੈ। जननी केरे उदर उदक में पिंड किया 10 द्वारा, दे आहार अगन में राखे, ऐसा खसम हमारा, सो करता चिंता करे, ऐसा खसम हमारा। उन्हें रिजक दिता, जन्म होया ते गुरु अर्जन साहब कहते प्रथम है माखन पाछे दूध, मैलो कीनो साबण सूद। ਜਿਹੜਾ ਮੱਖਣ ਦੀ ਤਰ੍ਹਾਂ ਫੀਡ ਜੰਮੀ ਸੀ ਨਾ ਮਾਂ ਦੇ ਸੀਨੇ 'ਚ,
जन्म होया, वाहगुरू जी ने इक्को दम बॉडी 'ਚ तब्दीली लिया के उस मक्खन ਨੂੰ ਦੁੱਧ बना दिता। महाराज कहते ने कि ਇਹ ਕਰਤੇ ਨੂੰ चिंता नहीं तेरी? मां ਨੂੰ शायद चिंता नहीं, पर उस उपावन वारे ਨੂੰ मां ਦੇ ਰਾਹੀਂ रोजी देने की चिंता है। प्रथम है माखन, पाछे दूध मैलो किनो साबन सूद। पहली मैं उदाहरण दी है, उस करते ने मेरी तुहाडी बॉडी बनाई, मां दे उदर दे प्रोसैस चो असीं लंघ के आए, पर भुल गया बंदा। याद रखियो, सब तो वड्डे बंदे दी मनुख दी नलायकी ये वे, शैक्सपीयर कहंदा हुंदा सी, जदों रुख वैगुरू छत ते बंदा चढ़दा है ते पौड़ी दर पौड़ी उत्ते जांदा है ना, एक एक स्टैप ते पैर रख के, जां लकड़ वाली पौड़ी, एक हथ डंडे नूं पाया, एक डंडे ते पैर रखिया, पर जदों छत ते पहुंच जांदा है, सब तो पहला काम ये करदा है, जिस पौड़ी ने चढ़ाया उहदे वाली पिठ कर लैंदा है। बंदे दा सुभाव भी है जे, विचों गर्भै निकल आया, खसम विसार दुनी चतलाया। बाबा जी कहते सब तो पहला तेरी चिंता मां दे उदर चों ने। हुण इत्थे एक सवाल उठ पिया, जिवें मैं दास अर्थ करदा इहदे, तर्क करन वाला कह देगा जी मां दे पेट विचों सब कुछ बनिया। तर्क ही है ना, कि सानू ਉਹ ਉਦਾਹਰਨ ਦਿਓ ਜਿੱਥੇ ਮਾਂ ਦੇ ਪੇਟ ਵਿੱਚ ਵੀ ਬੱਚਾ ਨਾ ਹੋਵੇ ਤੇ ਰੱਬ ਉਹਨੂੰ ਵੀ ਰਿਜ਼ਕ ਦਿੰਦਾ ਹੋਵੇ। ਇਹ ਤਾਂ ਮਾਂ ਦੇ ਰਾਹੀਂ ਖੁਰਾਕ ਗਈ, ਉਹਦੀ ਨਾਭੀ ਰਾਹੀਂ ਉਹਨੂੰ ਜ਼ਿੰਦਗੀ ਮਿਲਦੀ ਰਹੀ, ਉਹਦੇ ਖੂਨ ਵਿੱਚੋਂ ਸਭ ਕੁਝ ਮਿਲਿਆ। ਭਗਤ ਧੰਨਾ ਸਾਹਿਬ ਦੀ ਉਡਾਰੀ ਵਾਹ, ਅਧਿਆਤਮਕ ਕਮਾਉਣ ਵਾਲਾ, ਹਲ ਵਾਹਣ ਵਾਲਾ ਮਹਾਂਪੁਰਖ। ਉਹ ਕਹਿੰਦਾ ਆ ਮੈਂ ਤੈਨੂੰ ਦੱਸਾਂ, ਇੱਕ ਮਾਂ ਰੱਬ ਨੇ ਐਸੀ ਪੈਦਾ ਕੀਤੀ ਜਿਹਦੇ ਉਦਰ ਵਿੱਚ ਬੱਚਾ ਵੀ ਨਹੀਂ, ਪਰ ਰੋਜ਼ੀ ਉਹਨੂੰ ਵੀ ਮਿਲਦੀ ਪਈ। ਬੰਦੇ ਨੂੰ ਆਪਣਾ ਫਿਕਰ ਹੈ, ਰੱਬ ਨੂੰ ਤਾਂ ਸਭ ਕਾਸੇ ਦਾ ਫਿਕਰ ਹੈ ਜੋ ਬਣਾਇਆ। ਹੁਣ ਤੁਸੀਂ ਦੇਖੋ, ਕੱਚੂ ਕੁੰਮੀ ਪਾਣੀ 'ਚ ਆਂਡੇ ਉਹਦੇ ਬਾਹਰ ਪਏ ਨੇ, ਤੇ ਭਗਤ ਧੰਨਾ ਜੀ ਕਹਿੰਦੇ ਮੈਨੂੰ ਦੱਸ ਕਿ ਉਹ ਤਾਂ ਆਂਡਿਆਂ ਉੱਤੇ ਕੁਕੜੀ ਦੀ ਤਰ੍ਹਾਂ ਜਾ ਕੇ ਬੈਠਦੀ ਵੀ ਨਹੀਂ, ਜਿਵੇਂ ਕੁਕੜੀ ਪੰਛੀ ਬਹਿੰਦਾ ਆਂਡਿਆਂ ਤੇ ਬਹਿੰਦੀ, ਸਪਨੀ ਚਲੋ ਆਂਡੇ ਤੇ ਬਹਿੰਦੀ, ਪਰ ਕੱਚੂ ਕੁੰਮੀ ਤਾਂ ਬਹਿੰਦੀ ਨਹੀਂ। ਉਹ ਪਾਣੀ ਚਲੀ ਗਈ, ਸਿਰਫ ਉਹ ਧਿਆਨ ਆਪਣੇ ਬੱਚੇ ਵਿੱਚ, ਆਪਣੇ ਆਂਡੇ 'ਚ ਰੱਖ ਦਈਏ, ਤੇ ਰੱਬ ਨੇ ਉਸ ਬੰਦ ਆਂਡੇ ਵਿੱਚ ਵੀ ਉਸ ਦੇ ਬੱਚੇ ਦੀ ਪਾਲਣਾ ਸ਼ੁਰੂ ਕਰ ਦਿੱਤੀ। ਕਿ ਉਸ ਕਰਤੇ ਨੂੰ ਚਿੰਤਾ ਨਹੀਂ ਕਿ ਇਸ ਕੱਛੂ ਕੁੰਮੀ ਦਾ ਬੱਚਾ ਮੈਂ ਪਾਲਣਾ ਹੈ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ, ਹਜ਼ੂਰ ਨੇ ਫਰਮਾਇਆ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। ਨਾ ਕੱਛੂ ਕੁੰਮੀ ਨੂੰ ਖੰਭ ਤੇ ਨਾ ਉਹਦੇ ਸੀਨੇ ਚੋਂ ਕਿਤੇ ਦੁੱਧ। ਖੀਰ ਦਾ ਅਰਥ ਦੁੱਧ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। पूर्ण परमानंद मनोहर समझ देख मन, माही मेरे मना। पूर्ण परमानंद का अर्थ जिन उपाया जग सो करता चिंता करे। हुण सवाल तर्क करने वाले ने कहा जी मां ने ध्यान तां धरिया ना, चलो पेट च तो नहीं सी, कच्छू कुम्मी आंडियां ते नहीं बैठी, पर घट्टो घट आंडे विच ध्यान तां उन्हें टिकाया। कमाल कर दी भगत जी ने, कहते आ तेरी तसल्ली करा दियां, मैं ਉਹਦਾ ਜ਼ਿਕਰ ਕਰ ਦੇਣਾ ਜਿਹਨੂੰ ਹਵਾ ਵੀ ਨਹੀਂ ਬਾਹਰੋਂ ਲੱਗਦੀ। ਉਹਨਾਂ ਕਹੇ ਜੀ ਉਹ ਕਿਹੜਾ? ਕਹਿੰਦੇ ਨੇ ਮਾਂ ਦੇ ਉਦਰ 'ਚ ਤਾਂ ਤੂੰ ਕਹਿ ਦਿੱਤਾ ਮਾਂ ਰਹੀ ਚਲਾ ਗਿਆ, ਪਰ ਮੈਂ ਤਾਂ ਕਹਿ ਰਿਹਾ ਕਿ ਉਦਕਤ ਵਿੱਚ, ਉਦਰ ਵਿੱਚ ਰੱਬ ਨੇ ਦਾਤ ਦਿੱਤੀ। ਭਗਤ ਜੀ ਕਹਿੰਦੇ ਨੇ ਮੈਂ ਕਹਿ ਰਿਹਾ ਕੱਛੂ ਕੁੰਮੀ ਦੇ ਬੱਚੇ ਪਰਮਾਤਮਾ ਨੇ ਪਾਲੇ, ਪਰ ਤੇਰੇ ਮਨ 'ਚ ਹੋਣਾ ਹੈ। ਤੇ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ, ਪੱਥਰ ਚਾਰ ਚੁਫੇਰਿਓਂ ਬੰਦ ਹੈ, ਬਿਲਕੁਲ ਬੰਦ ਹੈ, ਪਰ ਉਹਦੇ 'ਚ ਕੀੜਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਹੁਣ ਉਹ ਕੀੜਾ ਪੱਥਰ ਨੂੰ ਖਰੋਚ ਖਰੋਚ ਕੇ ਖਾਈ ਜਾਂਦਾ ਹੈ। ਭਗਤ ਜੀ ਕਹਿੰਦੇ ਖੋਣੀ ਸਮਝ ਜਾਓਏ, ਜਿੱਥੇ ਸੁਰਾਖ ਤੇ ਹਵਾ ਕੋਈ ਨਹੀਂ ਜਾਂਦੀ, ਰੱਬ ਤਾਂ ਉਹਨਾਂ ਕੀੜਿਆਂ ਨੂੰ ਵੀ ਰੋਜ਼ੀ ਦਿੰਦਾ ਪਿਆ ਹੈ, ਕਿਉਂਕਿ ਉਹਨੂੰ ਚਿੰਤਾ ਹੈ ਜੀਵਾਂ ਦੀ। ਭਗਤ ਸਾਹਿਬ ਦੇ ਬਚਨ ਨੇ, ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ। पत्थर विच तां कोई सुराख नहीं, तांचो मार्ग नहीं। कह धन्ना पूर्ण ताहू को मत जे, जी डराही मत रे जी डराही। ना डर, चिंता वो करेगा जिन्हें पैदा किया। आओ एक दो प्रमाण असी होर लै लईए। एक तां देखो गुरु अंगद साहिब जी का बोल है जी, वो सब नूं ही चेते, नानक चिंता मत करो, सो करता चिंता करे जिन उपाया जग। नानक चिंता मत करो, चिंता तिसी ही है। महाराज किन्नू कहन लगे, जल में जंत उपायन तिना पी रोजी,
ਦੇ। ਪਾਣੀ 'ਚ ਜੀਵ ਪੈਦਾ ਕੀਤੇ, ਉਹਨਾਂ ਨੂੰ ਰਿਜ਼ਕ ਦੇਈ ਜਾਂਦਾ, ਰੋਜੀ ਦੇਈ ਜਾਂਦਾ। ਮਹਾਰਾਜ ਕਹਿੰਦੇ ਨੇ ਤੂੰ ਇਨਸਾਨ ਹੈ, ਤੂੰ ਚਿੰਤਾ 'ਚ ਡੁੱਬਾ ਪਿਆ। ਤੇਰੇ ਕੋਲ ਨਾ ਹੋਵੇ, ਕਿਸੇ ਭੈਣ ਭਰਾ ਤੋਂ ਉਧਾਰਾ ਮੰਗ ਲੈਂਗਾ, ਸ਼ਾਹੂਕਾਰ ਤੋਂ ਕਰਜ਼ ਲੈ ਲੈਂਗਾ, ਖੇਤਾਂ 'ਚ ਹਲ ਵਾਹ ਲੈਂਗਾ, ਬਾਜ਼ਾਰ ਵਿੱਚ ਦੁਕਾਨ ਖੋਲ ਲੈਂਗਾ, ਕਿਤੇ ਸ਼ਾਹੂਕਾਰਾ ਸੌਦਾ ਵਪਾਰੀ ਬਣ ਜਾਏਗਾ। ਮੈਨੂੰ ਦੱਸ ਕਿ ਪਾਣੀ ਵਿੱਚ, ਸਮੁੰਦਰਾਂ ਵਿੱਚ ਹਲ ਵਾਹੁੰਦਾ ਕੋਈ ਜੀਵ ਦੇਖਿਆ? ਮੈਂ ਫਿਰ ਅਰਜ਼ ਕਰਾਂਗੇ, ਇਹਦੇ ਅਰਥ ਆਲਸ ਨਾਲ ਨਹੀਂ ਕਰਨੇ। ਇਹਦਾ ਅਰਥ ਕਿ ਤੂੰ ਕਰਤਾ ਬਣ ਕੇ ਚਿੰਤਾ ਮਤ ਕਰ, ਤੂੰ ਕਿਰਤ ਬਣ ਤੇ ਕਰਤਾ ਤੇਰੀ ਖੁਦ ਹੀ ਚਿੰਤਾ ਕਰਦਾ ਪਿਆ ਹੈ। ਪਾਣੀ 'ਚ ਕਿਹੜਾ ਹਲ ਵਾਹੁੰਦਾ ਹੈ? ਪਾਣੀ ਤਾਂ ਸ਼ੇਅਰ ਦਾ ਰੇਟ ਥੋੜਾ ਪਤਾ ਲੱਗਦਾ, ਡਿੱਗ ਪਿਆ ਅੱਜ ਡਾਲਰ ਕੀ ਰੇਟ ਹੋ ਗਿਆ ਤੇ ਰੁਪਈਆ ਕਿੱਥੇ ਡਿੱਗ ਪਿਆ ਤੇ ਆਹ ਕੀ ਹੋ ਗਿਆ। ਉਹ ਕਹਿੰਦੇ ਨੇ ਉਹਨੂੰ ਪਤਾ ਹੀ ਕੋਈ ਨਹੀਂ, ਕੋਈ ਦੁਕਾਨ ਕੋਈ ਨਹੀਂ, ਕੋਈ ਸੌਦਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੁਛ ਨਹੀਂ। ਹਾਂ, ਰਿਜ਼ਕ ਬਣਾਉਣ ਵਾਲੀ ਦੀ ਮਰਜ਼ੀ ਪਿਆਰਿਓ, ਉਹਨੇ ਇੱਕ ਜੀਵ ਦੀ ਰੋਟੀ ਦੂਜੇ ਜੀਵ ਦੀ ਬੋਡੀ ਬਣਾ ਦਿੱਤੀ, ਪਰ ਬਣਾਈ ਤਾਂ ਉਹ ਨਹੀਂ ਹੈ ਨਾ। ਇੱਕ ਮੱਛੀ ਦੂਜੇ ਨੂੰ ਖਾਂਦੀ ਪਈ ਹੈ। ਗੁਰੂ ਅੰਗਦ ਸਾਹਿਬ ਦੇ ਬੋਲ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ। ਉੱਥੇ ਹੱਟ ਨਾ ਚੱਲੀ, ਦੁਕਾਨਾਂ ਨਹੀਂ, ਬਾਜ਼ਾਰ ਨਹੀਂ, ਨਾ ਕੋ ਕਿਰਸ ਕਰੇ, ਖੇਤੀ ਵੀ ਕੋਈ ਨਹੀਂ ਕਰ ਰਿਹਾ। ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਉੱਥੇ ਵਪਾਰ ਵੀ ਕੋਈ ਨਹੀਂ ਹੁੰਦਾ, ਨਾ ਕੋ ਲਏ ਨਾ ਦੇ, ਉੱਥੇ ਉਧਾਰ ਦਿਆ ਦਿੱਤਾ ਵੀ ਨਹੀਂ ਜਾਂਦਾ। ਕਿਹੜੀ ਮੱਛੀ ਕਹਿੰਦੀ ਅੱਜ ਮੈਨੂੰ ਉਧਾਰ ਦੇ, ਕੱਲ ਨੂੰ ਮੈਂ ਤੈਨੂੰ ਦੇ ਦਿਆਂਗੀ। ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪੇਸਾਰ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੋਏ। ਮਹਾਰਾਜ ਕਹਿੰਦੇ ਸੋ ਕਰਤਾ ਚਿੰਤਾ ਕਰੇ। ਇੱਕ ਬਚਨ ਹੋਰ ਦੇਖੋ, ਵਾਹਿਗੁਰੂ ਬੜੇ ਬਖਸ਼ਿੰਦ ਨੇ। ਸੱਚ ਇਹ ਜੇ, ਮੈਂ ਤਾਂ ਆਪਣੀ ਜ਼ਿੰਦਗੀ ਵੱਲ ਦੇਖ ਕੇ ਕਹਿਣਾ, ਸਾਡੇ ਪੱਲੇ ਕੁਛ ਨਹੀਂ, ਪਰ ਉਹ ਜਦੋਂ ਦਾਤਾਂ ਦੇਣ ਤੇ ਆਉਂਦਾ, ਬਖਸ਼ਾਂ ਨਾਲ ਭੰਡਾਰੇ ਭਰ ਦਿੰਦਾ, ਪਰ ਮਨ ਹੀ ਨਿਸ਼ੁਕਰਾ ਜਿਹਾ ਬਣ ਜਾਂਦਾ। ਧੰਨ ਗੁਰੂ ਰਾਮਦਾਸ ਸਰੋਵਰ ਦੀ ਸੇਵਾ ਹੋ ਰਹੀ ਹੈ, ਸੰਗਤ ਬੜੀ ਦੂਰ ਦੂਰ ਤੋਂ ਆਈ, ਗੁਰੂ ਰਾਮਦਾਸ ਆਪ ਸਰੋਵਰ ਦੀ ਸੇਵਾ ਕਰਾ ਰਹੇ ਨੇ। ਪਿਆਰਿਓ, ਜਿਸ ਸਰੋਵਰ ਤੁਸੀਂ ਇਸ਼ਨਾਨ ਕਰਦੇ ਹੋ, ਇਸ ਸਰੋਵਰ ਵਿੱਚੋਂ ਮਿੱਟੀ ਮੇਰੇ ਗੁਰੂ ਰਾਮਦਾਸ ਜੀ ਨੇ ਵੀ ਕੱਢੀ ਹੈ। ਕਦੀ ਉਹਨੂੰ ਫੀਲ ਕਰੋ, ਮਹਿਸੂਸ ਕਰੋ। ਜਿਹਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਜਿਹਨੂੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਭੋਖਣ ਪਰਨੰ, ਉਸ ਥਾਂ ਤੇ ਮਹਾਰਾਜ ਸੇਵਾ ਕਰ ਰਹੇ ਨੇ। ਸੱਜਣ ਇੱਕ ਆ ਗਿਆ, ਇਤਿਹਾਸ ਹੋਈ ਹੈ, ਉਹ ਜਿਸ ਕੰਮ ਨੂੰ ਹੱਥ ਪਾਉਂਦਾ ਕੰਮ ਸਿਰੇ ਨਹੀਂ ਲੱਗਦਾ। ਚਿੰਤਾ ਨੇ ਖਾ ਲਿਆ, ਮੇਰੇ ਬੱਚਿਆਂ ਦੀ ਰੋਜ਼ੀ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਕਿਸੇ ਨੇ ਕਿਹਾ ਚਲਾ ਜਾ ਮਾਝੇ ਦੀ ਧੁਨੀ 'ਚ, ਮਾਝੇ ਦੀ ਧਰਤੀ ਤੇ ਇੱਕ ਤੀਰਥ ਬਣਦਾ ਪਿਆ, ਬਹੁਤ ਹਜੂਮ। ਹਜੂਮ ਦਾ ਅਰਥ ਇੱਥੇ ਭੀੜ ਨਾ ਕਰਿਓ, ਹਜੂਮ ਦਾ ਅਰਥ ਇਕੱਠ, ਬਹੁਤ ਇਕੱਠ ਹੁੰਦਾ ਉੱਥੇ। ਤੂੰ ਉੱਥੇ ਪਹੁੰਚ ਜਾ, ਕੋਈ ਕੰਮਕਾਰ ਕਰ ਲਈ। ਜਿਸ ਥਾਂ ਤੇ ਤੁਸੀਂ ਸਰੋਵਰ 'ਚ ਅਸੀਂ ਇਸ਼ਨਾਨ ਕਰਨੇ ਆ, ਇਹ ਸਰੋਵਰ ਦੀ ਪਟਾਈ ਇਹਦੇ ਕੰਢੇ ਤੇ ਹੀ ਥੋੜ੍ਹੀ ਜਿਹੀ ਦੂਰ ਉਹ ਸੱਜਣ ਕੁਝ ਮਾਇਆ ਲਿਆ ਕੇ ਆਪਣੀ ਛਾਬੜੀ ਲਾ ਕੇ ਬੈਠ ਗਿਆ। ਮੇਰਾ ਇਸ਼ਾਰਾ ਭਾਈ ਸੋਮੇ ਸ਼ਾਹ ਵੱਲ, ਛਾਬੜੀ ਲਾ ਕੇ ਬੈਠ ਗਿਆ। ਵਟਕ ਹੋ ਗਈ ਸੋਹਣੀ, ਬੜਾ ਖੁਸ਼ ਹੋਇਆ। ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਲੰਘੇ, ਸਿੱਖ ਸੰਗਤਾਂ ਨਾਲ ਸਨ, ਤੇ ਉਹਨੇ ਪੁੱਛ ਲਿਆ ਕਿਸੇ ਨੂੰ, ਇਹ ਕੌਣ? ਉਹਨਾਂ ਕਿਹਾ ਇਹ ਸਤਿਗੁਰੂ ਗੁਰੂ ਰਾਮਦਾਸ, ਜਿਹੜੇ ਇਸ ਤੀਰਥ ਦਾ ਨਿਰਮਾਣ ਕਰ ਰਹੇ। ਉਹਨੂੰ ਤੀਰਥ ਸ਼ਬਦ ਸੁਣ ਕੇ ਨਾ ਵੰਚਲਿਤ ਹੋ ਜਾਇਓ ਵੀ ਇਹ ਤੀਰਥ ਕਹਿੰਦਾ, ਤਾਂ ਤੀਰਥ ਦਾ ਅਖਰੀ ਅਰਥ ਪਵਿੱਤਰ ਹੁੰਦਾ। ਅਸੀਂ ਤਾਂ ਲੜੀ ਜਾਂਦੇ ਸ਼ਬਦਾਂ ਪਿੱਛੇ, ਸ਼ਬਦਾਂ ਦੇ ਅਰਥਾਂ ਦਾ ਪਤਾ ਵੀ ਨਹੀਂ ਹੁੰਦਾ। ਤੀਰਥ ਦਾ ਅਰਥ ਪਵਿੱਤਰ। ਉਹ ਕਹਿਣ ਲੱਗੇ ਜਿਹੜੇ ਰਚਦੇ ਨੇ, ਅੱਗੇ ਵੱਧ ਕੇ ਮੱਥਾ ਟੇਕ ਬੈਠਾ ਜੀ। ਕੋਈ ਇਹ ਨਹੀਂ ਮੈਂ ਨਾਮ ਲੈਣ ਆਇਆ, ਮੈਂ ਬੰਦਗੀ ਲੈਣੀ, ਸਿਮਰਨ। ਮੱਥਾ ਗੁਰੂ ਦੇ ਚਰਨਾਂ ਨੂੰ ਛੋਹ ਗਿਆ, ਮੱਥਾ ਟੇਕਿਆ। ਸਤਿਗੁਰੂ ਪੁੱਛਦੇ ਆ, ਕੌਣ ਭਾਈ, ਤੂੰ ਪਹਿਲੀ ਨਹੀਂ ਵੇਖਿਆ, ਕਿਵੇਂ ਆਇਆ? ਕਹਿੰਦਾ ਮਹਾਰਾਜ ਉਹ ਛਾਬੜੀ ਮੈਂ ਲਾਈ ਸੀ ਜੀ, ਉਹ ਦੇਖੋ। ਸਤਿਗੁਰੂ ਕਹਿੰਦੇ ਨੇ ਵੇਚਣ ਆਇਆ ਕੁਛ? ਕਹਿੰਦਾ ਹਾਂ ਵੇਚਿਆ। ਕਿੰਨੇ ਪੈਸੇ ਹੋਏ?
चलो ये सारे कोई वधा चढ़ा के 1.5 10 कोई रुपया जो भी कहे। उन्हें क्या महाराज इन्नी वट कोई। सतगुरु कहते ने एक एक पैसे की लोड़ है इत्थे, हुण लिया जिन्नी तेनों वटक होई है ये मजदूरां नूं देंगे, साजो समान आ जाएगा, दे दिता। पर रात चिंता न सुता कोई नहीं। मन ने कहा तू तो रोजी लैन आया सा, तेरे तो रुपये भी खोल है। मैं सोचना कि पता नहीं की कुछ फुरने उठे होणगे, गुरु की हो जाए। ये अवैड़ा माने ना, ये सिमरन करदा करदा भी ये प्रति कई बारी नफरत पैदा करी जाता हुंदा। ये सच जी भी आ किवें रात सुता ही नहीं होना। मेरा ख्याल धीरज कर लेना, चल कोई नहीं एक दिन दे दिता, आखिर उन्हां दी थां ते आए हैं ना, किराया ही समझो। मान लो यही मंच, मैं मंच ही पुरने बंदा बनाता। दूजे दिन फिर ला के बह गया, महाराज फिर उतों लग पे। दूजे दिन फिर आवाज़ दी, भाई सज्जना किदां, धीमी जी आवाज़ क्या इन्ने को कमाल है महाराज। कहते पर बरकत पै गई, लिया सेवा चलाइए। पंजवें दिन पता नहीं की बख्शिश वरती, प्रेमी बन गया जी संगत विच बह के। मेरा ख्याल जदों आ श्लोक सुनिया होवेगा, मैं ख्याल कह रहा, सो करता चिंता करे जिन उपाया जग। ते मन ने क्या होना, सौम्या तू क्यों चिंता करी जाना है। फिर ओदे चरनां च जुड़ जिहड़ा होके दे के कहंदा जिन्हें दुनिया पैदा की, चिंता भी वो करदा। पंजवें दिन जो कमाया उठ पिया, कहंदा महाराज किरपा करो। महाराज वेखा, कहंदा दस, कहंदा अज इन्ने रुपये कमाए, कोई 5 कहंदा कोई 6 कहंदा जी, चलो अज इन्ने कमाए, सतगुरु सेवा चला लो। महाराज हस पे, कहन लगे तेरा नाम नहीं पूछया। कहंदा जेलम तो आया रोजी की खातर सा, रोटी नहीं चलती, रोजी की खातर आया, बच्चों की परवरिश नहीं। पर महाराज कहते फिर थानू कि देन लग पे। कहंदा सच एवे अजे तक मन खोण दी गल्लां करदा सी, जिदन दी देन दी बिरती पैदा हो गई उदन दियां बरकतां बड़ियां पैण लग पईयां। यही लफ्ज़ महाराज जी ने कहे सन सुल्तानपुर की धरती ते, जदों सेवादार ने हथ पकड़ के क्या बाबा ओ मेरे मोदी मालका, तेरा तेरा कही जाना, तेरा तेरा करके उजड़ जाएगा सुल्तानपुर। बस खुमारी च क्या ना हाथ छड़ दे, जिदन दुनिया उजड़ीए मेरा मेरा करके उजड़ीए, तेरा तेरा करके ते वसदे हुंदे, तेरा तेरा करके बरकतां पैंदियां। हजूर सच्चे पातशाह महाराज हस पे, कहते फिर तू अपनी कमाई, कहना नहीं ये तुहाडी दित्ती दात। सतगुरु ने पैसे हाथ च पकड़ ले, गुरु रामदास की नज़र पई उन्हां ते, जिहड़ी नज़र पापियां नूं पवित्र कर दिंदी है। जिहड़ी नज़र पै जाए तो बाबा श्री चंद जैसे महापुरख नूं तपस्वी नूं झुकण वास्ते मजबूर कर दिंदी है। अंतरात्मे तो झुके ही ना हो। उन्होंने महाराज ने देखा, कहन लगे आ तू आया रोजी की खातर। कहंदा नहीं हुण कोई चिंता नहीं, बस सतगुरु कहंदे ने यही तेनों सिखाना चाहता सा कि करता बन के चिंता ना करी, किरत करी जाई तो चिंता तेरी करते नूं वे। जिन्नी माया दिती बुक चो हाथ च लपेट बंद करके, मुट्ठी बंद करके क्या कहन लगे नाम की। कहंदे ने लोकी मैनू सोमा कहंदे ने। ज्ञानी ज्ञान सिंह तवारीख च लिखते ने, महाराज हस पै, कहन लगे नहीं लोग सेमा सोमा कहंदे ने, गुरु नानक ने तेनू सोमे शाह बना दिता। कि ये परमात्मा की एक बख्शिश नहीं, मैं सिर्फ एक उदाहरण दे रहा कि चिंता की थां ते चिंतन आ जाए तो सोमा भी शाह बन जाता हुंदा है। जे प्यारिओ शाहूकार नूं भी अंदर चिंता खाई जाए तो वह भी भिखारियां की कतार च आ जाता है। महाराज जी ने क्या सोमा शाह गुरु का शाह, तो तीसरा लफ्ज वरत्या बेपरवाह। गुरमुखो ये पुत्र भाई राम शाह नूं मेरे गुरु अर्जुन देव जी ने मंजी बख्शी, प्रचारक थापिया। भाई राम शाह दे पोतरे नूं मेरे गुरु गोबिंद सिंह ने जदों मसंदा ने बद फैलियां कीतियां, करैक्टर तो जीवन तो डिग पे, तो मेरे दाते ने ये भाई सोमे का पुत्र राम शाह का पोतरा भाई मेहर शाह, उन्होंने माता जी ने क्या लाल जी इन्ना बख्शिश वाला घर, इन्ना ईमानदार, सतगुरुआं ने अमृत की दात दी, भाई मेहर सिंह शाह नाम रखिया, तो खिताब पता की दिता, कहन लगे बख्शंद फरजंद। फिर सुनियो, बख्शंद फरजंद साडा बख्शिया होया अपना पुत्र।
मैं बेनती करांगा, सिर्फ एक इस साखी नूं भावें बड़ी वारी सुनिया, पर जिन्नी देर तक चिंता सी खाए मेरी रोजी गई, उन्नी देर तक नींद नहीं पई। जिदन चिंता छड्ड के गुरु दे आसरे हो गया, किरत उदन भी कीती, उदन गुरु ने शाह बना के रख दिता। पर गुरु नूं कोई तमा नहीं। मेरे धन गुरु कलगीधर महाराज जी का बोल है, असी किसी नूं कुछ देने, असी स्वार्थ रखने, चेते रखो। आ पिछले दिनी कथा जो आवेगी, मुसलमाना सिबत सरैयत पढ़ पढ़ करें विचार, बड़ी डिटेल नाल मेरा ख्याल 5-6 घंटे सिर्फ श्लोक चलिया। असी हर चीज़ देन दे पिछे स्वार्थ रखने, रब कदी स्वार्थ नहीं रखता ना। मेरी बेनती है, लीडर किसी नूं दे रहा है, वो दानी नहीं, वो मंगता है, वो तुहानूं दे के कल नूं तुहाडे बूहे ते आके वोट मंगेगा। बंदा धर्म के नां ते कुछ देंदा है, पर वो भी मंगता है। वो देण तो बाद कहंदा इन्ना कुछ मैं दिता, तू इहदे वट्टे की मैनूं देंगा। भिखारी पानी है ना, फरियाद करता है, बाहर दान करके आउंदा है, अंदर कहंदा मैं इन्ना कुछ दे आया, मैनू की देगा। बाहर दाता बनया बैठा है, अंदर मंगता बनया बैठा है। हर दानी दे अंदर भिखारी लुकिया होया। मैनू बख्श दिया जी। जगरां पुल ते रात नूं कंबल सटदा पिया ते नाल कहंदा मेरे कंबलों का काम चंगा चल पऊगा। हुण मंगता ही है ना। हाँ, आप जी सोचोगे भी भाई साहब ये कह रहे हैं फिर दान पुण्य नहीं करना चाहिए। नहीं, महाराज कहते ने एक काम कर के हथों दे के भला मनाए, मंग ना रख। हथों दे के कह मेरे दाता तू तरस किया, मेरे इस गरीब तो सेवा तू ले ली। महाराज जी बचन करते हैं कि अपने हथों दे के भला मनांदा होवे। सार बंदा खिमा करियो, जेड़ा किसी नूं कुछ दे रहा है वो आउटपुट ये आस करके दे रहा, मैनू की वापस आएगा। रब कहता तू मैनू गाला भी कड्डी जा, मैं कोई आउटपुट नहीं वेखनी, मैं तेनों तां भी दियाँगा। मैं तेरे तो की मंगना। पढ़ो किते गुरु गोबिंद सिंह का बचन, दीनन की प्रतिपाल करे नित संत उभार, गनी मन गारै सो करता चिंता करे जिन उपाया जग। दीनन की प्रतिपाल करे नित संत उभार, गनी मन गारै पश पशु नग नाग निरात सर्ब समय सबको प्रतिपार है। पोखत है जल में थल में पल में, कल के नहीं कर्म विचार है। वो नहीं वेखदा बंदा पापी है, ये विषयी है, ये कामी क्रोधी ना ना। वो कहता ना, ये जे वैगुरु जी इस तरह वेखन लग पैणगे ना तो दुनिया मर जाऊगी। एडा वड्डा फिराक दिल। दास ने तो एक बार कथा करदिया क्या सी कि अरदास च एक लफ्ज आउंदा है, देख के अनडिठ कीता। एक रब देख के अनडिठ करदा है, दूजा गुरु देख के अनडिठ करदा है, तीसरा ब्रह्म ज्ञानी खालसा देख के अनडिठ करदा है। नहीं तो साडा समाज ते अनडिठियां नूं भी डिठे वाले करदा पिया। जो नहीं दिस गया उन्होंने भी लोग प्रचारी जा रहे। हजूर देश अमृत बचन वाले महाराज कहते ने पोखता है जल में थल में पल में, कल के नहीं कर्म विचार है। दीन दयाल दया निध सो करता चिंता करे। दीन दयाल दया निध दोखन देखता है, पता है भी यदि करतूत की करदा पिया। मैं सच्ची बेनती कर रहा कि की मेरे तुहाडे अंदर दा वैगुरू नूं पता नहीं। एडू वड्डा पर्दे ढकण वाला कोई नहीं जी। जे वो पर्दे नशर करन ते आ जाए तो कोई घर नहीं जुड़िया रहेगा। सच जे इत्थे प्यो नाल पुत्तर ने नहीं रहना, इस्त्री ने पति नाल नहीं रहना, भैन ने भरा नेड़े नहीं लगना। वो कहता नहीं नहीं ये मेरी बनाए ने ना, चल कोई नहीं पर्दे पा के ढक्की रखो, इन्हां दा काम चली जाएगा। दीन दयाल दयानिध दोखन देखत है पर देत ना हारे। एक सवैया होर, काम न क्रोध न लोभ न मोह न रोग न सोग न भोग न भय है। वो किसी कामना अधीन थोड़ा दे रहे। मैं बेनती करा जेड़ा बंदा कदी गुरुद्वारे नहीं गया, रब तो उन्होंने भी रोटी देंदा पे। हुण साडे बंदे फिर उत्थों तालमेल जिहा ला लैंदे ने, वो तां यार गुरदुआरे भी क्यों नहीं आउंदा, उहदी दुकान बड़ी चलदी है, रात नूं दारू सिक्खा भी बड़ा पींदा खांदा। ते मैं एक गल कहना हुन्ना, तिलां सारियां नूं पानी मिलदा जे। पहले पौड़ी च असीं वेखिया सी, चेते रखियो पल्लर दे सारे जे कीमत उन्हां दी पैंदी है जिन्हां फलियां विच दाणे पै जांदे। मौजां सारी मानदे ने। महाराज कहते ने कोई कामना नहीं, उन्होंने नहीं कि तू मैनूं बंदगी कर ना कर। तू वेखो ये सानू है
ਅਸੀਂ ਕਹਾਂਗੇ ਯਾਰ ਜੇ ਆਹ ਲੋਕ ਨਾ ਆਏ ਤੇ ਮੇਰੇ ਫੀਲਡ ਦਾ ਕੀ ਬਣੇਗਾ, ਆਹ ਨਾ ਹੋਇਆ ਤੇ ਮੇਰੀ ਵੋਟ ਦਾ ਕੀ ਬਣੇਗਾ। ਉਹ ਕਹਿੰਦਾ ਤੁਸੀਂ ਸਾਰੇ ਮੇਰੇ ਵਿਰੁੱਧ 'ਚ ਭੁਗਤ ਜਾਓ, ਮੈਂ ਫਿਰ ਵੀ ਇਕੱਲੇ ਦਾ ਇਕੱਲਾ ਪੂਰਾ ਹਾਂ। ਤੁਹਾਡੀ ਹਸਤੀ ਕੀ ਮੈਨੂੰ ਲਾ ਸਕੋ? ਰੱਬ ਨੂੰ ਕਿਹੜਾ ਜੰਮਿਆ ਲਾਉਣ ਵਾਲਾ? ਉਹਦੀ ਤਾਂ ਬਦਲੀ ਕੋਈ ਨਹੀਂ ਹੋਣੀ। ਉਹਨੂੰ ਤਾਂ ਮਹਾਰਾਜ ਜੀ ਨੇ ਕਿਹਾ ਕਿ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਛੱਤ। ਉਹਨੂੰ ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਮੋਹ ਨਹੀਂ, ਹਰਖ ਨਹੀਂ, ਸੋਗ ਨਹੀਂ, ਭੋਗ ਨਹੀਂ, ਪੈ ਨਹੀਂ, ਆਪਣੀ ਬੋਡੀ ਹੈ ਕੋਈ ਨਹੀਂ। ਦੇਖੋ ਗੁਰੂ ਸਾਹਿਬ ਦੀ ਉਡਾਰੀ, ਆਪਣਾ ਸਰੀਰ ਕੋਈ ਨਹੀਂ, ਸਾਰੇ ਸਰੀਰ ਵਾਲਿਆਂ ਦੀ ਚਿੰਤਾ ਕਰੀ ਬੈਠਾ। ਆ ਦਿਸਦਾ ਕੋਈ ਨਹੀਂ, ਅਨ ਦਿਸਦਾ ਦਿਸਦੇ ਨੂੰ ਪਾਲੀ ਜਾਂਦਾ ਬਈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਦੇਹ ਵਿਹੀਨ ਸਨੇ ਸਭੋ ਤਨ। ਦੇਹ ਵਿਹੀਨ ਆਪਣੀ ਕੋਈ ਬੋਡੀ ਨਹੀਂ, ਸਾਰੀਆਂ ਸਰੀਰਾਂ ਨੂੰ ਪਿਆਰ ਕਰਦਾ। ਦੇਹ ਵਿਹੀਨ ਸਨੇ ਸਭੋ ਤਨ, ਨੇ ਬਰਖਤ ਅਗੈ ਅੱਛਾ ਹੈ, ਘਰ ਵੀ ਕੋਈ ਨਹੀਂ, ਮੋਹ ਤੋਂ ਵੀ ਰਹਿਤ ਹੈ। ਮਹਾਰਾਜ ਕਹਿੰਦੇ ਨੇ ਕਾਹੇ ਕੋ ਡੋਲਤ ਹੈ, ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਹੈ। ਮੈਂ ਫਿਰ ਬੇਨਤੀ ਕਰਾਂਗਾ, ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜਗ। ਮੇਰੇ ਗੁਰੂ ਗੋਬਿੰਦ ਸਿੰਘ, ਇੱਕ ਉਹਨਾਂ ਦੀ ਰਚਨਾ 'ਚ ਮੈਂ ਹੋਰ ਅਰਜ਼ ਕਰਨੀ ਚਾਹੁੰਦਾ। ਪੁਰਾਤਨ ਸਮੇਂ ਪਤਾ ਕੀ ਸੀ ਜੀ, ਜਦੋਂ ਰਾਜੇ ਜਾਂ ਬਾਦਸ਼ਾਹ ਨੂੰ ਕੋਈ ਲੈਟਰ ਚਿੱਠੀ ਲਿਖੀ ਜਾਂਦੀ ਸੀ, ਉਹਦੇ ਲਈ ਪਹਿਲਾਂ ਬੜੇ ਸਤਿਕਾਰਤ ਵਿਸ਼ੇਸ਼ਣ ਲਾਏ ਜਾਂਦੇ ਸਨ। ਜਹਾਂ ਪਨਾ, ਭਗਵਾਨ, ਈਸ਼ਵਰ, ਦੋ ਆਲਮਾਂ ਦਾ ਮਾਲਕ, ਇੱਥੋਂ ਤੱਕ ਰਿਜ਼ਕ ਦਾਤਾ, ਪਰਜਾ ਪਾਲਕ, ਸਾਰੇ ਸਨ ਸ਼ਬਦ। ਸੋਚਣਾ ਜਿੱਦਣ ਸਤਿਗੁਰਾਂ ਨੇ ਜ਼ਫਰਨਾਮਾ ਲਿਖਿਆ, ਕਿਸੇ ਥਾਂ ਤੇ ਮੈਨੂੰ ਦੱਸੋ ਜ਼ਫਰਨਾਮੇ 'ਚ ਵਿਸ਼ੇਸ਼ਣ ਲਾ ਕੇ ਕਿਹਾ ਕਿ ਔਰੰਗਜ਼ੇਬ ਤੂੰ ਲੋਕਾਂ ਨੂੰ ਰਿਜ਼ਕ ਦਾਨਾ, ਤੂੰ ਰਿਜ਼ਕ ਦਾਤਾ, ਤੂੰ ਪਰਜਾ ਪਾਲਕ ਹੈ। ਉਹ ਦੇਖੋ ਇਹਨਾਂ ਸ਼ੇਰਾਂ ਨੂੰ ਪੜ੍ਹ ਕੇ ਪਹਿਲੇ ਸ਼ੇਰ ਵਿੱਚ ਕਿਹਾ, ਅੱਜ ਤੱਕ ਲੋਕ ਤੈਨੂੰ ਚਿੱਠੀਆਂ ਲਿਖਦੇ ਨੇ, ਪਰਜਾ ਪਾਲਕ, ਰਿਜ਼ਕ ਦਾਤਾ, ਜਾਂ ਪਨਾਹ। ਕਹਿੰਦੇ ਨੇ ਮੈਂ ਪਹਿਲੇ ਸ਼ੇਰ 'ਚ ਤੇਰੀ ਗੱਲ ਨਹੀਂ ਕਰਾਂਗਾ, ਪਹਿਲੇ ਸ਼ੇਰ 'ਚ ਮੈਂ ਉਸ ਰੱਬ ਦੀ ਗੱਲ ਕਰਾਂਗਾ ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਜਿਹਨੇ ਤੈਨੂੰ ਵੀ ਰਾਜ ਦਿੱਤਾ। ਕਮਾਲ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਪਰਿਪੂਰਨ ਪਰਮਾਤਮਾ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਕਹਿਣ ਲੱਗੇ ਉਹ ਪਰਮਾਤਮਾ ਕੱਲਾ ਸਾਨੂੰ ਹੀ ਨਹੀਂ, ਆਹ ਰੁੱਖ ਦੇ ਉੱਤੇ ਆਲਣਾ ਹੈ, ਆਲਣੇ ਨੂੰ ਬੀਜੜੇ ਨੇ ਬਣਾ ਦਿੱਤਾ। ਚਲੋ ਉਹ ਸਾਰਾ ਪੰਛੀ ਨੇ ਬਣਾਇਆ, ਉਹਦੇ ਆਲਣੇ 'ਚ ਹੱਥ ਮਾਰੋ, ਕੋਈ ਸੋਨਾ ਨਹੀਂ, ਕੋਈ ਹੀਰੇ ਨਹੀਂ, ਕੋਈ ਮੋਤੀ ਨਹੀਂ, ਕੋਈ ਦਾਣਿਆਂ ਦਾ ਢੇਰ ਨਹੀਂ। ਕੀ ਇਕੱਲਾ ਪੰਛੀ, ਉਹਦੇ ਨਿੱਕੇ ਜਿਹੇ ਬੱਚੇ। ਉਹਨੂੰ ਪੁੱਛੀਏ ਤੈਨੂੰ ਚਿੰਤਾ ਨਹੀਂ? ਆ ਜਿਹੜੇ ਨਿੱਕੇ ਨਿੱਕੇ ਬੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ, ਜਿਨ੍ਹਾਂ ਦੇ ਖੰਭ ਵੀ ਨਹੀਂ ਨਿਕਲੇ, ਤੇ ਮਹਾਰਾਜ ਕਹਿੰਦੇ ਨੇ, ਪੰਛੀ ਕਹਿੰਦਾ ਚਿੰਤਾ ਕਾਹਦੋਂ ਕਰਾਂ, ਜਿੰਨੇ ਸਵੇਰੇ ਜ਼ਿੰਦਗੀ ਦਿੱਤੀ ਹੈ ਮੇਰੇ ਤੇ ਬੱਚਿਆਂ ਨੂੰ ਰੋਜੀ ਵੀ ਦੇ ਦੇਗਾ। ਮਹਾਰਾਜ ਕਹਿੰਦੇ ਨੇ ਕਰਤੇ ਨੂੰ ਚਿੰਤਾ ਹੈ। ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਹਜ਼ੂਰ ਦੇ ਬਚਨ ਨੇ। ਨਾ ਰਿਜ਼ਕ ਦਸਤ ਆ ਕਸੇ ਮਾਂਝ ਕੀ ਵਾਰ। ਚਲੋ ਕੁਝ ਲਫ਼ਜ਼ ਇਹ 'ਚ ਫਾਰਸੀ ਦੇ ਨੇ। ਨਾ ਰਿਜ਼ਕ ਦਸਤ ਆ ਕਸੇ, ਦਸਤ ਦਾ ਅਰਥ ਹੈ ਹੱਥ। ਸਾਡਾ ਰਿਜ਼ਕ ਰੱਬ ਤੋਂ ਬਿਨਾਂ ਕਿਸੇ ਹੋਰ ਦੇ ਆ ਹੱਥ ਵਿੱਚ ਨਹੀਂ। ਸਿਰਫ ਸੋ ਕਰਤਾ ਚਿੰਤਾ ਕਰੇ। ਨਾ ਰਿਜ਼ਕ ਦਸਤ ਆ ਕਸੇ ਹਾਮਾ ਰਾ, ਇੱਕ ਆਸ ਵਸੇ ਖਮਾਰਾ ਪਾਠ ਕਥਾ ਨਹੀਂ। ਫਾਰਸੀ ਵਿੱਚ ਖਮਾ ਦਾ ਅਰਥ ਹੈ ਸਭ, ਤੇ ਰਾ ਦਾ ਅਰਥ ਹੈ ਨੂੰ। ਇਹਦਾ ਅਰਥ ਹੋਵੇਗਾ ਸਾਨੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਕਰਤਾ ਪੁਰਖ ਵਾਹਿਗੁਰੂ ਹੈ। ਨਾ ਰਿਜ਼ਕ ਦਸਤ ਆ ਕਸੇ ਖਮਾ ਰਾ, ਏਕ ਆਸ ਵਸੇ, ਸਾਨੂੰ ਸਭ ਨੂੰ ਇੱਕ ਦੀ ਆਸ ਹੈ। ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਮਹਾਰਾਜ ਕਹਿੰਦੇ ਨਾ ਪਰੰਦੇ ਗਰਾਹ ਜ਼ਰ, ਉੱਡਣ ਵਾਲੇ ਪੰਛੀਆਂ ਕੋਲ ਕਿਹੜਾ ਧਨ ਤੇ ਕਿਹੜਾ ਰੋਟੀ ਦਾ ਸਮਾਨ। ਪਰੰਦਾ ਨਾ ਗਰਾਹ ਜ਼ਰ, ਦਰਖਤ ਆਬ ਆਸ਼ ਕਰ, ਰੁੱਖ ਤੇ ਬੈਠਾ ਪਾਣੀ। ਮੈਂ ਫਿਰ ਬੇਨਤੀ ਕਰਾਂ, ਪਾਣੀ ਦੇ ਕੰਢਿਆਂ ਤੇ ਬੈਠਾ, ਰੁੱਖਾਂ ਤੇ ਬੈਠਾ। ਪਰੰਦਾ ਨਾ ਗਰਾਹ ਜ਼ਰ, ਦਰਖਤ ਆਬ ਆਸ ਕਰ, ਦਿਹੰਦ ਸੋਈ, ਏਕ ਤੁਈ, ਏਕ ਤੁਈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਥੋੜੇ ਜਿਹੇ ਦੇ ਅਰਥ ਆਪਾਂ ਅੱਜ ਕਰ ਜਾਈਏ। ਮਹਾਰਾਜ ਕਹਿੰਦੇ ਨੇ ਫਿਰ ਬੰਦਾ ਕੀ ਕਰੇ। ਇਸ ਗੱਲ ਨੂੰ ਧਿਆਨ ਨਾਲ ਸੁਣਿਓ। ਚਲੋ ਅੱਗੇ ਤਰਤ ਸਾਰੇ ਹੋ ਗਏ ਨਾ ਜੀ, ਸਾਰੇ ਕੰਮ ਵਾਹਿਗੁਰੂ ਦੇ ਕੀਤੇ।
पुरखां बिरथां तीर्थां तट्टां मेघां खेतां, ਇਹ 'ਚ ਇਹ ਨਹੀਂ ਕਿਹਾ ਬੰਦਿਆ ਤੂੰ ਕੀ ਕਰਨਾ। ਉਹਨਾਂ ਕਿਹਾ ਸਾਰੀ ਸੋਮਿਤ ਜਾਣ ਨਾਨਕਾ ਸਾਰਾ ਮੇਰਾ ਜਨਤਾ। ਇਹਦੇ 'ਚ ਇਹ ਨਹੀਂ ਕਿਹਾ ਬੰਦੇ ਤੂੰ ਕੀ ਕਰ। ਅੱਗੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਕਿ ਕਰਤੇ ਨੇ ਸਭ ਕੁਝ ਬਣਾਇਆ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਹੁਣ ਅਸੀਂ ਕੀ ਕਰੀਏ। ਮੇਰੇ ਬਾਬਾ ਨਾਨਕ ਜੀ ਕਮਾਲ ਕਰ ਦਿੱਤੀ, ਕਹਿਣ ਲੱਗੇ ਤਿਸ ਜੋਹਾਰੀ ਸਵਸਤ ਤਿਸ। ਇਹ ਦੋ ਲਫ਼ਜ਼, ਇੱਕ ਤਾਂ ਇਹਦਾ ਪਾਠ ਔਂਕੜ ਲਾ ਕੇ ਨਹੀਂ ਕਰਨਾ। ਪਾਠ ਇੱਥੇ ਜੋਹਾਰੀ ਹੈ, ਜੋਹਾਰੀ ਨਹੀਂ। ਹੋੜਾ ਲਾ ਕੇ ਪਾਠ ਹੈ, ਔਂਕੜ ਲਾ ਕੇ ਨਹੀਂ। ਜੱਜੇ ਨੂੰ ਹੋੜਾ, ਹਾਏ ਨੂੰ ਕੰਨਾ, ਰਾਰੇ ਨੂੰ ਬਿਹਾਰੀ, ਜੋਹਾਰੀ। ਤੇ ਇਹਦਾ ਪਾਠ ਜੁਆਰੀ ਵੀ ਨਹੀਂ ਕਰਨਾ। ਜੇ ਜੁਆਰੀ ਕਈ ਵਾਰੀ ਸੁਣੀਦਾ ਨਾ ਜੀ, ਮੈਂ ਕਿਸੇ ਇੰਡੀਵਿਜੂਅਲ ਬੰਦੇ ਤੇ ਤਰਕ ਨਹੀਂ ਕਰ ਰਿਹਾ, ਪਰ ਅਕਸਰ ਜੇ ਜੁਆਰੀ ਪਾਠ ਕਰੋਗੇ ਤੇ ਜੂਆ ਖੇਡਣ ਵਾਲਾ ਬਣ ਜਾਏਗਾ, ਤੇ ਜੇ ਜੁਹਾਰੀ ਪਾਠ ਕਰੋਗੇ ਤੇ ਇਹਦਾ ਅਰਥ ਮੱਥਾ ਟੇਕਣਾ ਬਣ ਜਾਏਗਾ, ਨਮਸਕਾਰ ਕਰਨੀ। ਤਿਸ ਜੋਹਾਰੀ, ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਤੂੰ ਕੀ ਕਰ, ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕੀ ਜਾ, ਉਹਨੂੰ ਨਮਸਕਾਰ ਕਰ, ਉਹਦਾ ਸ਼ੁਕਰਾਨਾ ਕਰ। ਬਸ ਆ ਜੇ ਸ਼ਲੋਕ ਦਾ ਤਤ ਭਾਵ ਕਹਿ ਲਵਾਂ, ਤੂੰ ਚਿੰਤਾ ਨਾ ਕਰ। ਤਿਸ ਜੋਹਾਰੀ ਸਵਸਤ ਤਿਸ, ਇਹ ਲਫ਼ਜ਼ ਹੈ ਸਵਸਤ, ਇਹਦਾ ਅਰਥ ਤੰਦਰੁਸਤੀ ਨਹੀਂ। ਸਵਸਤ ਦਾ ਅਰਥ ਹੈ ਕਲਿਆਣ, ਮੰਗਲਮਈ। ਇਹਦੇ ਅਰਥ ਆਮ ਟੀਕਾਕਾਰਾਂ ਨੇ ਕੀਤੇ ਨੇ, ਤੇਰੀ ਜੈ ਹੋਵੇ, ਜੈ ਜੈਕਾਰ ਕਰ। ਇਹਦਾ ਅਰਥ ਹੈ ਤੂੰ ਸਿਰਫ ਦੋ ਕੰਮ ਕਰ, ਇੱਕ ਤੂੰ ਗੁਰੂ ਅੱਗੇ ਮੱਥਾ ਟੇਕ, ਕਰਤੇ ਅੱਗੇ ਝੁਕ ਜਾ, ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ, ਮੇਰੇ ਪਰਮਾਤਮਾ ਦੀ ਜੈ ਜੈਕਾਰ। ਇਹਨੂੰ ਆਸਾਂ ਕੀ ਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਵਾਹ ਤੇਰੇ ਪਰਮਾਤਮਾ, ਵਾਹ ਤੇਰੇ। ਬਸ ਇੰਨਾ ਹੀ ਕਹਿਣਾ। ਉਹ ਦੇਖੋ ਦੋ ਗੱਲਾਂ, ਬਸ ਐਵੇਂ ਚੋਖੇ ਚੋਖੇ ਭੱਜਣ ਦੀ ਲੋੜ ਹੀ ਨਹੀਂ, ਅਮਲ 'ਚ ਲੈ ਆਈਏ। ਤਿਸ ਜੋਹਾਰੀ, ਜਿਨੇ ਜਗਤ ਉਪਾ ਕੇ ਚਿੰਤਾ ਕੀਤੀ ਤੂੰ ਉਹਨੂੰ ਮੱਥਾ ਟੇਕ ਦੇ, ਨਮਸਕਾਰ ਕਰ ਦੇ। ਸਵਸਤ ਤਿਸ, ਇਹ ਕਹਿ ਦੇ ਤੇਰੀ ਜੈ ਜੈਕਾਰ ਹੋਵੇ, ਮੰਗਲਮਈ ਤੂੰ ਕਲਿਆਣਮਈ ਕਹਿ, ਧੰਨ ਧੰਨ ਤੇਰੀ। ਮੈਂ ਇੱਕ ਦਿਨ ਅਰਜ਼ ਇੱਥੇ ਕੀਤੀ ਸੀ ਕਿ ਰੱਬ ਨੂੰ ਵੀ ਸ਼ਾਬਾਸ਼ ਕਹੀ ਜਾਓ ਤੇ ਇਹ ਵੀ ਇਹ ਸਿਫਤ ਜੇ, ਬੇਅੰਤ ਬੇਅੰਤ ਕਹੀ ਜਾਓ ਇਹ ਵੀ ਨਾਮ ਜੇ। ਤਿਸ ਜੋਹਾਰੀ ਸਵਸਤ ਤਿਸ। ਤੇ ਮਹਾਰਾਜ ਕਹਿੰਦੇ ਨੇ ਕਿਸ ਨੂੰ, ਅੱਗੇ ਬਚਨ ਕੀਤਾ ਤਿਸ ਦੀਵਾਨ ਅਭਗ। ਦੀਵਾਨ ਦਾ ਅਰਥ ਹੈ ਦਰਬਾਰ। ਆਹ ਜਿਹੜੇ ਲੋਕਾਂ ਨੂੰ ਦਰਬਾਰ ਲਾ ਕੇ ਦਿੰਦੇ ਪਏ ਨੇ ਨਾ, ਇਹਨੂੰ ਬਿਲਕੁਲ ਦਵੈਸ਼ 'ਚ ਨਾ ਲਿਜਾਇਓ ਕਿ ਫਲਾਣੇ ਥਾਂ ਤੇ ਰਾਜੇ ਦਾ ਦਰਬਾਰ ਲੱਗਾ, CM ਦਾ ਦਰਬਾਰ ਲੱਗਾ, PM ਦਾ ਦਰਬਾਰ ਲੱਗਾ, ਮੰਤਰੀ ਨੇ ਲਾਇਆ, ਸੰਗਤ ਦਰਸ਼ਨ ਹੋ ਗਿਆ, ਆਹ ਹੋ ਗਿਆ। ਇਹ ਸਾਰੀਆਂ ਖੇਡਾਂ ਚੱਲਦੀਆਂ ਨੇ ਦੁਨੀਆ 'ਚ, ਇਹ ਰੱਬ ਦੀ ਬਣਾਈ ਹੈ ਜੀ। ਕਹਿੰਦੇ ਨੇ ਇਹ ਦਰਬਾਰ ਇੱਕ ਦਿਨ ਮੁੱਕ ਜਾਣਗੇ। ਧਿਆਨ ਨਾਲ ਸੁਣਿਓ, ਦਰਬਾਰ ਲਾਉਣ ਵਾਲੇ ਵੀ ਚਲੇ ਜਾਣਗੇ, ਦਰਬਾਰ 'ਚ ਮੰਗਣ ਵਾਲੇ ਵੀ ਚਲੇ ਜਾਣਗੇ। ਪਰ ਕਹਿੰਦੇ ਮੈਂ ਚਾਹੁੰਦਾ ਤੂੰ ਉਹਨੂੰ ਮੱਥਾ ਟੇਕ, ਉਹਨੂੰ ਐਪਲੀਕੇਸ਼ਨ ਦੇ, ਉਹਨੂੰ ਆਪਣੀ ਦਰਖਾਸਤ ਦੇ ਜਿਹਦੇ ਦਰਬਾਰ ਨੇ ਵੀ ਕਦੀ ਨਹੀਂ ਜਾਣਾ ਤੇ ਜਿਹਦੇ ਰਾਜ ਨੇ ਵੀ ਕਦੀ ਖਤਮ ਨਹੀਂ ਹੋਣਾ। ਟੇਕ ਉਹਨੂੰ ਮੱਥਾ। ਤਿਸ ਜੋਹਾਰੀ ਸਵਸਤ ਤਿਸ, ਤਿਸ ਦੀਵਾਨ ਅਭਗ ਦਾ ਅਰਥ ਹੈ ਜਿਹਨੇ ਖਤਮ ਨਹੀਂ ਹੋਣਾ, ਅਬਨਾਸ਼ੀ ਨਾਸ਼ ਰਹਿਤ। ਉਸ ਪਰਮਾਤਮਾ ਨੂੰ ਤੂੰ ਮੱਥਾ ਟੇਕ ਦੇ, ਇੱਕੋ ਗੱਲ ਕਹਿ ਬਾਬਾ ਜੀ ਤੇਰੀ ਜੈ ਜੈਕਾਰ ਹੋਵੇ, ਵਾਹਿਗੁਰੂ ਜੀ ਤੇਰੀ ਜੈ ਹੋਵੇ, ਪਰਮਾਤਮਾ ਜੀ ਤੂੰ ਧੰਨ ਕਹਿ, ਕਲਿਆਣ ਰੂਪ ਸਵਸਤ ਬੋਲ। ਮਹਾਰਾਜ ਕਹਿੰਦੇ ਤਿਸ ਜੋਹਾਰੀ ਸਵਸਤ ਤਿਸ, ਤਿਸ ਦੀਵਾਨ ਅਭਗ। ਫਿਰ ਮੇਰੇ ਤੋਂ ਇੱਕ ਤੁਕ ਰਹਿ ਗਈ ਹੈ। ਅੱਗੇ ਮਹਾਰਾਜ ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਇਹ ਵਿਚਾਰ ਸਵੇਰੇ ਕਰਾਂਗਾ ਮੈਂ, ਕਿਉਂਕਿ ਇਹਦੇ ਨਾਲ ਅਗਲਾ ਸ਼ਲੋਕ ਲੜੀ ਬਣੇਗੀ। ਤੂੰ ਟਿੱਕੇ ਲਾਈ ਫਿਰ, ਤੂੰ ਧਾਗੇ ਪਾਈ ਫਿਰ, ਜੇ ਤੇਰੇ ਅੰਦਰ ਨਾਮ ਨਹੀਂ ਨਾ, ਟਿੱਕੇ ਦਾ ਵੀ ਕੋਈ ਅਰਥ ਨਹੀਂ ਹੋ ਤੇ ਧਾਗੇ ਦਾ ਵੀ ਅਰਥ ਨਹੀਂ ਹੋ। ਸਿੱਖਾ ਸੀਨਾ ਖੋਲ ਕੇ ਸੁਣ ਲਈ, ਜੇ ਸਿਮਰਨ ਤੋਂ ਬਿਨਾ ਟਿੱਕੇ ਦਾ ਧਾਗੇ ਦਾ ਕੋਈ ਅਰਥ ਨਹੀਂ ਤੇ ਬੰਦਗੀ ਤੋਂ ਬਿਨਾ ਤੇਰੇ ਬਾਹਰ ਦੇ ਕਕਾਰਾਂ ਦੇ ਵੀ ਅਰਥ ਨਹੀਂ ਹੋ ਰਹੇ ਨੇ। ਹੈ ਬੜਾ ਔਖਾ ਸ਼ਬਦ ਕਹਿਣਾ, ਕਿਉਂਕਿ ਅਸੀਂ ਦੂਜੇ ਤੇ ਉਂਗਲ ਚੌਕੀ ਚੁੱਕ ਲੈ। ਸਵੇਰੇ ਮੈਂ ਬੇਨਤੀ ਕਰਨੀ ਕਿ ਅੱਗੇ ਫਿਰ
ਜਿਹੜੇ ਕੰਮ ਅਸੀਂ ਕਰ ਲਏ ਹਾਂ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉਪਰ ਤੀਰਥਾਂ, ਮਹਾਰਾਜ ਸਾਰੇ ਗਿਣੀ ਜਾਣਗੇ ਕਿਹੜੇ ਭੁਲੇਖੇ 'ਚ ਹਉਮੈ 'ਚ ਜੀ ਰਹੇ ਹੈ। ਜਿੰਨੀ ਦੇਰ ਤੇ ਤੇਰੇ ਮੱਥੇ ਤੇ ਉਹਦੀ ਬਖਸ਼ਿਸ਼ ਦਾ ਨਿਸ਼ਾਨ ਨਾ ਪਿਆ, ਤੇਰੇ ਕਰਮਾਂ ਦਾ ਕੁਝ ਵੀ ਨਹੀਂ ਬਣਨਾ। ਇਹ ਸਤਿਗੁਰੂ ਦੀ ਕਿਰਪਾ ਨਾਲ ਸੁਬਹ ਦਾ ਦੀਵਾਨ ਵੀਰ ਜੀ ਨੇ 8:30 ਵਜੇ ਇਹ ਅਨਾਉਂਸ ਕੀਤਾ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਤੁਸੀਂ ਸਹਿਯੋਗ ਬਖਸ਼ਿਆ।